ਕੈਨੇਡਾ ਦੇ ਵਿੱਚ ਇੰਡੀਆ ਤੋਂ ਵੱਖੋ ਵੱਖਰੇ ਪ੍ਰੋਵਿੰਸਿਸ ਦੇ ਵਿੱਚ ਸਟੱਡੀ ਕਰਕੇ ਤੇ ਵਰਕ ਪਰਮਿਟ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਬਹੁਤ ਸੁਖਾਲਿਆਂ ਕਰਨ ਦੀ ਉਮੀਦ ਦੇ ਨਾਲ ਸਾਡੇ ਨੌਜਵਾਨ ਜਿਹੜੇ ਆ ਉਹ ਆਉਂਦੇ ਆ। ਆਪਣੀ ਸਟੱਡੀ ਕੰਪਲੀਟ ਕਰ ਲੈਂਦੇ, ਉਸ ਤੋਂ ਬਾਅਦ ਵਰਕ ਪਰਮਿਟ ਲੈਣਾ ਹੁੰਦਾ। ਕਈ ਪ੍ਰੋਵਿੰਸਿਸ ਦੇ ਵਿੱਚ ਇਹ ਪ੍ਰੋਸੈਸ ਥੋੜ੍ਹੀ ਔਖੀ ਹੈ। ਲੱਗਦਾ ਇਹ ਹੁੰਦਾ ਕਿ ਵਿਨੀਪੈਗ ਚੱਲੀਏ, ਮੈਨੀਟੋਬਾ ਚੱਲੀਏ, ਉੱਥੇ ਉਸ ਪ੍ਰੋਵਿੰਸ ਵਿੱਚ ਜਾ ਕੇ ਅਸੀਂ ਵਰਕ ਪਰਮਿਟ ਸੁਖਾਲਾ ਲੈ ਸਕਦੇ ਹਾਂ ਅਤੇ PR ਵੀ ਸੌਖੀ ਹੋ ਜਾਊਗੀ। ਪਰ ਪਿਛਲੇ ਕੁਝ ਸਮੇਂ ਵਿੱਚੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੌਜਵਾਨਾਂ ਨੂੰ, ਉਹਨਾਂ ਦੇ ਮੁਸ਼ਕਿਲਾਂ ਦੇ ਦੌਰ 'ਚੋਂ ਲੰਘਣਾ ਪਿਆ। ਉਹ ਮੁਸ਼ਕਿਲ ਕੀ ਹੈ ਉਹਦੇ ਬਾਰੇ ਅੱਜ ਇਹ ਸਾਰੇ ਨੌਜਵਾਨ ਸਾਡੇ ਲੈਜਿਸਲੇਚਰ ਦੇ ਦੋ ਨੁਮਾਇੰਦੇ ਜਿਹੜੇ ਦਲਜੀਤ ਬਰਾੜ MLA ਸਾਹਿਬ ਔਰ ਮਿੰਟੂ ਸੰਧੂ MLA ਸਾਹਿਬ, ਉਹਨਾਂ ਨੂੰ ਮਿਲਣ ਵਾਸਤੇ ਆਏ ਹੈ। ਇਹਨਾਂ ਨੇ ਆਪਣੀਆਂ ਮੁਸ਼ਕਿਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਔਰ ਕਰਨੀਆਂ, ਹੋਰ ਵੀ ਕਰਨਗੇ ਗੱਲ। ਇਹ ਮੁਸ਼ਕਿਲਾਂ ਕੀ ਹੈਗੀਆਂ, ਡਿਟੇਲ ਵਿੱਚ ਗੱਲਬਾਤ ਕਰਨ ਵਾਸਤੇ ਵਾਇਸ ਆਫ ਇੰਡੀਆ ਵੱਲੋਂ ਅਸੀਂ ਇਹਨਾਂ ਦੇ ਦਰਮਿਆਨ ਹਾਜ਼ਰ ਹਾਂ। ਵਾਇਸ ਆਫ ਇੰਡੀਆ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਕਮਿਊਨਿਟੀ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ, ਉਹਨਾਂ ਨੂੰ ਸੰਬੰਧਿਤ ਡਿਪਾਰਟਮੈਂਟਸ ਹੈਗੇ ਆ, ਜਿਹੜੀ ਸਰਕਾਰ ਹੈ, ਉਹਨਾਂ ਤੱਕ ਪਹੁੰਚਾਇਆ ਜਾਵੇ। ਅਸੀਂ ਇਹਦੇ ਬਾਰੇ ਇਮੀਗ੍ਰੇਸ਼ਨ ਮਿਨਿਸਟਰ ਨਾਲ ਵੀ ਗੱਲ ਕਰਾਂਗੇ, ਪਰ ਪਹਿਲਾਂ ਇਹਨਾਂ ਨੌਜਵਾਨਾਂ ਦੇ ਕੋਲੋਂ ਉਹਨਾਂ ਦੀਆਂ ਮੁਸ਼ਕਿਲਾਂ ਦਾ ਵਿਸਥਾਰ ਜਿਹੜਾ ਉਹ ਲੈਣਾ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ, ਔਰ ਮੈਂ ਚਾਹੂੰਗਾ ਕਿ ਤੁਸੀਂ ਭਾਵੇਂ ਸਾਰੇ ਬੋਲੋ, ਆਪਣੇ ਕੋਲ ਖੁੱਲ੍ਹਾ ਟਾਈਮ ਹੈ, ਆਪਣੇ ਜਿਹੜੀ ਤੁਹਾਡੀ ਮੁਸ਼ਕਿਲ ਹੈ ਉਹ ਡਿਸਕਸ ਕਰੋ। ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਹਾਂ। ਹਾਂਜੀ ਸਰ, ਸਾਨੂੰ ਇੱਥੇ 2 ਸਾਲ ਹੋ ਗਏ ਇੱਥੇ ਮੈਨੀਟੋਬਾ ਆਏ ਨੂੰ, ਅਤੇ ਆਪਾਂ BC ਤੋਂ ਮੈਂ ਪੜ੍ਹਾਈ ਕਰੀ ਹੋਈ ਆ, ਅਤੇ ਆਪਾਂ ਤਾਂ ਇਸ ਲਈ ਇੱਥੇ ਆਏ ਸੀ ਤਾਂ ਕਿ ਇੱਥੇ ਪਹਿਲਾਂ ਸਾਨੂੰ ਪਤਾ ਹੁੰਦਾ ਕਿ PR ਸੌਖੀ ਹੁੰਦੀ ਹੈ। ਬਟ ਜਦੋਂ ਆਪਾਂ ਇੱਥੇ ਮੂਵ ਹੋਏ, ਸਾਡਾ ਐਕਸਪੀਰੀਅੰਸ ਪੂਰਾ ਹੋਇਆ ਅਤੇ ਉਹਦੇ ਨਾਲ ਹੀ ਨਾ ਪੁਆਇੰਟ ਬਹੁਤ ਜ਼ਿਆਦਾ ਉੱਤੇ ਚੱਲ ਗਏ। ਪਹਿਲਾਂ ਨੋਰਮਲੀ ਪੁਆਇੰਟ ਕੁਆਲੀਫਾਈਂਗ ਪੁਆਇੰਟ ਜਿਹੜੇ ਕੁਆਲੀਫਾਈਂਗ ਪੁਆਇੰਟਸ ਅਰਾਊਂਡ 600 ਤੱਕ ਆਪਾਂ ਕੁਆਲੀਫਾਈ ਕਰਦੇ ਹਾਂ, ਜਿਹੜੇ ਮਤਲਬ ਆਪਾਂ ਵਿੱਚ ਆ ਜਾਂਦੇ ਹਾਂ, ਇਨਵੀਟੇਸ਼ਨ ਆ ਜਾਂਦਾ। ਬਟ ਹੁਣ ਪੁਆਇੰਟ ਜਿਹੜਾ ਸਿਸਟਮ ਹੈਗਾ ਆ ਉਹ ਬਹੁਤ ਜ਼ਿਆਦਾ ਉੱਤੇ ਚੱਲ ਗਿਆ, ਮੋਰ ਦੈਨ 750 ਜਾ ਰਹੇ ਆ, ਜੋ ਕਿ ਜੇ ਕੋਈ ਬਾਹਰਲਾ ਗ੍ਰੈਜੂਏਟ ਫਰੋਮ ਮੈਨੀਟੋਬਾ ਉਹ ਕਦੀ ਵੀ ਨਹੀਂ ਅਚੀਵ ਕਰ ਸਕਦਾ। ਅਸੀਂ ਵੱਧ ਤੋਂ ਵੱਧ 100 ਪੁਆਇੰਟ ਆਪਣੇ IELTS 'ਚੋਂ ਪੂਰੇ ਕਰ ਸਕਦੇ ਹਾਂ। ਉਹਦੇ ਨਾਲ ਆਪਾਂ ਜੇ 1 ਸਾਲ ਦਾ ਹੋਰ ਵਰਕ ਐਕਸਪੀਰੀਅੰਸ ਕਾਊਂਟ ਕਰ ਲਈਏ ਨਾਲ, ਤਾਂ ਸਾਡੇ ਮੈਕਸੀਮਮ 625 ਪੁਆਇੰਟਸ ਬਣਦੇ ਆ, ਉਹ ਤੋਂ ਜ਼ਿਆਦਾ ਬਣ ਹੀ ਨਹੀਂ ਸਕਦੇ। ਅਤੇ ਸਾਡਾ ਸਿਰਫ ਵਰਕ ਪਰਮਿਟ ਜਿਹੜਾ ਹੁੰਦਾ ਉਹ 3 ਸਾਲ ਦਾ ਹੁੰਦਾ। ਜੇ ਆਪਾਂ ਪੂਰੇ 3 ਸਾਲ ਲਾ ਕੇ ਵੀ ਆਪਾਂ ਸੋਚੀਏ ਕਿ ਆਪਾਂ ਚਲੋ ਪੁਆਇੰਟ ਪੂਰੇ ਕਰਦੇ ਹਾਂ, 635 ਪੁਆਇੰਟ ਸਾਡੇ ਬਣਦੇ ਆ, ਤਾਂ ਵੀ ਸਾਨੂੰ ਫਿਰ ਬਾਅਦ 'ਚੋਂ ਸਾਡਾ ਵਰਕ ਪਰਮਿਟ ਐਕਸਪਾਇਰ ਹੁੰਦਾ, ਸਾਨੂੰ ਅੱਗੇ ਫਿਰ ਕੋਈ ਆਪਸ਼ਨ ਨਹੀਂ ਰਹਿੰਦੀ ਹੈਗੀ। ਅਤੇ ਮੈਂ ਜੁਲਾਈ ਵਿੱਚ ਮੇਰਾ ਐਕਸਪੀਰੀਅੰਸ ਪੂਰਾ ਹੋਇਆ, ਅਤੇ ਕਈ ਸਟੂਡੈਂਟਸ ਇਹੋ ਜਿਹੇ ਵੀ ਹੈਗੇ ਆ ਜਿਹੜੇ ਜਨਵਰੀ ਤੱਕ ਤੋਂ ਵੇਟ ਕਰ ਰਹੇ ਆ, ਅਤੇ ਹੁਣ ਉਹਨਾਂ ਤੋਂ ਸਿਰਫ 2-3 ਮਹੀਨਿਆਂ ਦੇ ਵਰਕ ਪਰਮਿਟ ਰਹਿ ਗਿਆ, ਅਤੇ ਹੁਣ ਇਹ ਸੋਚ ਰਹੇ ਕਿ ਆਪਾਂ ਹੁਣ ਕਿਸੇ ਹੋਰ ਪ੍ਰੋਵਿੰਸ 'ਚ ਮੂਵ ਹੋ ਜਾਈਏ। ਬਟ ਕਿਸੇ ਹੋਰ ਪ੍ਰੋਵਿੰਸ 'ਚ ਮੂਵ ਹੋਣਾ ਬਹੁਤ ਹੀ ਔਖਾ ਆ, ਉੱਥੇ ਜਾ ਕੇ ਫਿਰ ਇਹੋ ਜਿਹੀਆਂ ਮੁਸ਼ਕਿਲਾਂ ਹੋਣ। ਹਾਂਜੀ, ਕਈ ਪ੍ਰੋਵਿੰਸਿਸ 'ਚ ਇੱਦਾਂ ਕਿ ਸਾਨੂੰ ਫਿਰ ਦੁਬਾਰਾ ਜ਼ੀਰੋ ਤੋਂ ਸਟਾਰਟ ਕਰਨਾ ਪੈਣਾ। ਕਈ ਕਾਊਂਟ ਕਰ ਲੈਂਦੇ ਆ ਪੁਰਾਣਾ ਐਕਸਪੀਰੀਅੰਸ, ਬਟ ਜੋਬ ਲੱਭਣੀਆਂ ਬਹੁਤ ਔਖੀਆਂ। ਅਤੇ ਤੁਹਾਨੂੰ ਪਤਾ ਵੀ ਪਹਿਲਾਂ ਸਾਨੂੰ 1 ਸਾਲ ਤੱਕ ਕਿਸੇ ਵੀ ਨਵੀਂ ਜਗ੍ਹਾ 'ਤੇ ਜਾਣਾ ਹੋਵੇ ਨਾ, ਸਾਨੂੰ ਐਡਜਸਟਮੈਂਟ ਕਰਦੇ ਹੀ ਬਹੁਤ ਟਾਈਮ ਲੱਗ ਜਾਂਦਾ। ਮੈਨੂੰ 2 ਸਾਲ ਹੋ ਗਏ। ਆਪ ਰੀਸੈਂਟਲੀ ਜਿਹੜਾ ਪਿਛਲਾ ਸਾਲ ਮੈਨੂੰ ਹੁਣ ਥੋੜ੍ਹੀ ਐਡਜਸਟਮੈਂਟ, ਮੇਰਾ ਕੰਮ ਸਾਰਾ ਸੈੱਟ ਬੈਠਾ ਹੈਗਾ, ਦਿਨ ਦਾ ਕੰਮ ਸੀਗਾ, ਰਾਤ ਦਾ ਕੰਮ ਸੀਗਾ, ਬਟ ਹੁਣ ਪੁਆਇੰਟ ਹੀ ਇੰਨੇ ਹੋ ਗਏ, ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਸਟ੍ਰੈਸ ਬਹੁਤ ਜ਼ਿਆਦਾ ਲੈਵਲ ਵੱਧ ਗਿਆ ਆ, ਸਾਨੂੰ ਪਤਾ ਨਹੀਂ ਅੱਗੇ ਆਪਾਂ ਕੀ ਕਰਨਾ। ਨਾ ਸਰਕਾਰ ਕੁਝ ਦੱਸਦੀ ਹੈ ਵੀ ਕਦੋਂ ਪੁਆਇੰਟ ਥੱਲੇ ਆਉਣਗੇ, ਕਦੋਂ ਆਪਾਂ ਕੁਆਲੀਫਾਈ ਕਰਾਂਗੇ, ਅਤੇ ਕਦੋਂ ਸਾਨੂੰ ਇਨਵੀਟੇਸ਼ਨ ਆਊਗੀ। ਰੀਸੈਂਟਲੀ ਮੈਨੀਟੋਬਾ ਗਵਰਨਮੈਂਟ ਨੇ ਕਿਹਾ ਸੀਗਾ ਕਿ ਸਾਡੇ ਤੋਂ ਕੋਟਾ ਜਿਹੜਾ ਆ ਉਹ ਓਨਲੀ 600 ਐਂਡ ਸਮਥਿੰਗ ਦਾ ਹੈਗਾ ਆ, ਅਤੇ ਆਪਾਂ ਤੁਹਾਨੂੰ ਜ਼ਿਆਦਾ ਸੀਟਸ ਨਹੀਂ ਇਸ਼ੂ ਕਰ ਸਕਦੇ। ਬਟ ਉਸ ਤੋਂ ਨਾਲ ਹੀ ਬਾਅਦ ਅਗਲੇ ਡਰਾਅ 'ਚ ਉਹਨਾਂ ਨੇ 1000 ਐਪਲੀਕੇਸ਼ਨ ਓਵਰਸੀਜ਼ ਤੋਂ ਸੱਦਿਆ। ਆਪਾਂ ਇਹ ਚਾਹੁੰਦੇ ਹਾਂ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਜਿੱਥੋਂ ਮਰਜ਼ੀ ਬੰਦੇ ਸੱਦਣ, ਬਟ ਜਿਹੜੇ ਇੱਥੇ ਪ੍ਰੋਵਿੰਸ, ਹਾਂਜੀ, ਪ੍ਰੋਵਿੰਸ 'ਚ ਰਹਿ ਕੇ ਕੰਮ ਕਰਦੇ ਆ, ਪੜ੍ਹਦੇ ਆ, ਵਰਕ ਕਰਦੇ ਆ, ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਵੇ, ਅਤੇ ਉਸ ਤੋਂ ਬਾਅਦ ਉਹਨਾਂ ਬਾਰੇ ਸੋਚਿਆ ਜਾਵੇ ਜਿਹੜੇ ਬਾਹਰੋਂ ਆ ਰਹੇ ਨੇ। ਮੈਂ ਸਟਾਰਟ ਵਿੱਚ ਪੁੱਛ ਨਹੀਂ ਸਕਿਆ, ਤੁਸੀਂ ਕਿਹੜੇ ਪ੍ਰੋਵਿੰਸ 'ਚ ਆਏ ਸੀ ਸਟੱਡੀ ਕਰਨ? ਮੈਂ ਬ੍ਰਿਟਿਸ਼ ਕੋਲੰਬੀਆ 'ਚ ਆਇਆ ਸੀਗਾ। ਹਾਂਜੀ। ਕਿੰਨੇ ਚਿਰ ਦੀ ਸਟੱਡੀ ਤੁਹਾਡੀ? ਮੇਰੀ 2 ਸਾਲ ਦੀ ਸਟੱਡੀ ਸੀਗੀ। 2 ਸਾਲ ਸਟੱਡੀ ਕਰਨ ਤੋਂ ਬਾਅਦ ਫਿਰ ਤੁਸੀਂ ਇੱਥੇ ਆ ਗਏ? ਹਾਂਜੀ, 2 ਸਾਲ ਮੇਰਾ ਮਾਰਚ ਵਿੱਚ ਵਰਕ ਪਰਮਿਟ ਆਇਆ, ਅਤੇ ਐਂਡ ਆਫ ਦਾ ਮਾਰਚ ਮੈਂ ਇੱਥੇ ਵਿਨੀਪੈਗ ਸੀਗਾ। 2 ਸਾਲ ਦਾ ਵਰਕ ਪਰਮਿਟ ਸੀ ਜਿਹੜਾ? ਨਹੀਂ, ਮੇਰੇ ਤੋਂ ਟੋਟਲ 3 ਸਾਲ ਦਾ ਵਰਕ ਪਰਮਿਟ ਸੀਗਾ, ਅਤੇ ਉਹਦੇ ਵਿੱਚੋਂ ਹੁਣ ਮੇਰਾ ਵਰਕ ਪਰਮਿਟ 2024 ਮਾਰਚ 'ਚ ਐਕਸਪਾਇਰ ਆ। ਅਤੇ ਕਿਉਂਕਿ ਜੇ ਸਾਨੂੰ ਇਨਵੀਟੇਸ਼ਨ ਆ ਵੀ ਜਾਂਦਾ ਹੈ, ਸਪੋਜ਼ ਕਰੋ ਸਾਨੂੰ ਜੁਲਾਈ ਵਿੱਚ ਇਨਵੀਟੇਸ਼ਨ ਆ ਜਾਂਦਾ ਮੇਰਾ, ਉਸ ਤੋਂ ਬਾਅਦ ਵੀ ਅੱਗੇ ਬਹੁਤ ਲੰਬਾ ਪ੍ਰੋਸੈਸ ਹੈਗਾ। ਹਾਂਜੀ, 6 ਮਹੀਨੇ ਅਪਰੂਵਲ ਨੂੰ ਹੀ ਲਾ ਦਿੰਦੇ, ਉਸ ਤੋਂ ਬਾਅਦ ਫਿਰ ਸਾਡੀ ਫੈਡਰਲ ਦੀ ਫਾਈਲ ਲੱਗਦੀ ਆ, ਉਹਦਾ ਆਪਣਾ ਹੀ 22 ਮਹੀਨਿਆਂ ਦਾ ਪ੍ਰੋਸੈਸ ਆ। ਬਈ ਮੈਨੂੰ 5 ਸਾਲ ਹੋ ਗਏ ਮੈਂ ਇੰਡੀਆ ਨਹੀਂ ਗਿਆ, ਮੈਂ ਮਤਲਬ ਫੈਮਿਲੀ ਪੁੱਛਦੀ ਹੈ ਵੀ ਤੂੰ ਕਦੋਂ ਆਉਣਾ, ਕਦੋਂ ਨਹੀਂ ਆਉਣਾ, ਅਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਹੁੰਦਾ। ਪੁੱਛਦੇ ਕਦੋਂ ਤੱਕ PR ਹੋਣਾ, ਘਰ ਦੇ ਹਰ ਬਾਈ ਵੀਕਲੀ ਫੋਨ ਕਰਕੇ ਪੁੱਛਦੇ ਆ ਬਈ ਕਦੋਂ ਕਿੰਨਾ ਡਰੋ ਆਇਆ। ਉਹ ਵੀ ਉੱਥੇ ਸਟ੍ਰੈਸਡ ਆਊਟ ਹੈਗੇ, ਆਪਾਂ ਵੀ ਇੱਥੇ ਸਟ੍ਰੈਸਡ ਆਊਟ ਹੈਗੇ। ਅੱਜ ਤੁਸੀਂ MLA ਨੂੰ ਮਿਲੇ,
ਉਹਨਾਂ ਨੇ ਤੁਹਾਨੂੰ ਗਾਈਡ ਕੀਤਾ ਹੋਊਗਾ ਵੀ ਇੱਦਾਂ ਕਰਾਂਗੇ ਤੇ ਕਰਾਂਗੇ। ਤੁਸੀਂ ਕਿਸੇ ਹੋਰ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਜਾਂ ਕਿਸੇ ਹੋਰ ਨੂੰ ਵੀ ਮਿਲੇ? ਹਾਂਜੀ, ਆਪਾਂ ਮਿਲੇ ਤਾਂ ਨਹੀਂ ਹੈਗੇ, ਬਟ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਨੇ ਇੱਥੇ ਜੌਨ ਰਾਈਸ, ਉਹਨਾਂ ਨੂੰ ਆਪਾਂ ਈਮੇਲਾਂ ਵੀ ਪਾਈਆਂ। ਉਹਨਾਂ ਦੇ ਟਵੀਟਸ ਜਿਹੜੇ ਹੈਗੇ ਆ, ਜਵਾਬ ਆਇਆ? ਕੋਈ ਜਵਾਬ ਨਹੀਂ ਆਇਆ ਉਹਨਾਂ ਦਾ। ਸਾਨੂੰ ਸਿਰਫ ਇੱਕ ਆਟੋਮੇਟਡ ਈਮੇਲ ਆ ਜਾਂਦੀ ਹੈ ਕਿ ਤਾਂ ਆ ਤੁਹਾਡੀ ਰਿਸਿਪਟ ਇਸ਼ੂ ਹੋ ਗਈ, ਉਸ ਤੋਂ ਬਾਅਦ ਕੋਈ ਮੇਲ ਨਹੀਂ। ਮੈਂ ਪਰਸਨਲੀ ਬਹੁਤ ਵਾਰ ਈਮੇਲ ਕਰ ਚੁੱਕਾ ਤੇ ਸਾਡੇ ਨਾਲ ਦੇ ਕਈ ਮੁੰਡੇ ਇੱਥੇ ਹੈਗੇ ਆ ਜਿਨ੍ਹਾਂ ਨੇ ਬਹੁਤ ਮੇਲਾਂ ਪਾਈਆਂ। ਤੁਸੀਂ ਉਹ ਪਰਸਨਲੀ ਅਪਰੋਚ ਨਹੀਂ ਕੀਤੀ ਉਹਨਾਂ ਦੇ ਆਫਿਸ ਜਾ ਕੇ? ਸਾਨੂੰ ਇੰਨੀ ਗਾਈਡ ਹੈ ਨਹੀਂ ਹੈਗੀ, ਬਟ ਸਾਨੂੰ ਸਰ ਇਹਨਾਂ ਨੇ ਦੱਸਿਆ ਹੈਗਾ, ਐਮਐਲਏ ਸਾਹਿਬ ਨੇ, ਕਿ ਤੁਸੀਂ ਇੱਦਾਂ ਅਪਰੋਚ ਕਰ ਸਕਦੇ ਆ। ਹੁਣ ਆਪਾਂ ਉਹ ਸਟੈਪਸ ਫੋਲੋ ਕਰਾਂਗੇ ਤੇ ਦੇਖੋ ਹੁਣ ਜੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸਾਨੂੰ ਫੋਲੋ ਅਪ ਦਿੰਦੇ ਆ ਕਿ ਨਹੀਂ। ਚਲੋ ਇਹਨਾਂ ਆਪਾਂ ਬਾਕੀ ਦੋਸਤਾਂ ਨਾਲ ਵੀ ਗੱਲ ਕਰਦੇ ਹਾਂ। ਤੁਸੀਂ ਕਿੱਥੋਂ ਆਏ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਟੋਰਾਂਟੋ ਤੋਂ ਮੂਵ ਹੋਇਆ ਜੀ। ਅੱਛਾ ਜੀ, ਕਦੋਂ ਹੋਏ ਸੀ ਮੂਵ ਇੱਥੇ? ਮੈਂ 2019 ਦੇ ਵਿੱਚ ਜੀ। 19 ਹਾਂਜੀ ਹਾਂਜੀ। ਠੀਕ ਹੈ। ਉਸ ਤੋਂ ਬਾਅਦ ਅਸਲ 'ਚ ਸਾਡੀਆਂ ਪ੍ਰੋਬਲਮਸ ਇਹ ਹੈਗੀਆਂ ਜੀ, ਕਿਉਂਕਿ ਜਿਹੜੇ ਸਾਰੇ ਸਟੂਡੈਂਟਸ ਇੱਥੇ ਖੜੇ ਹੋਏ ਆ, ਇਹਨਾਂ ਨੇ ਆਪਣੀ ਸਟੱਡੀ ਸਾਰਿਆਂ ਨੇ ਅਦਰ ਪ੍ਰੋਵਿੰਸਸ ਤੋਂ ਸਟੱਡੀ ਕੰਪਲੀਟ ਕੀਤੀ ਆ। ਉਸ ਤੋਂ ਬਾਅਦ ਇਹ ਇੱਥੇ ਆਏ ਹੋਏ ਆ। ਤਾਂ ਜਿਹੜਾ MPNP ਦਾ ਕ੍ਰਾਈਟੇਰੀਆ ਹੈਗਾ, ਉਹਦੇ ਵਿੱਚ ਇਹ ਮੈਂਸ਼ਨ ਕੀਤਾ ਜਾਂਦਾ ਕਿ 1 ਸਾਲ ਤੁਸੀਂ ਸਟੱਡੀ ਵਰਕ ਕਰੋ ਇੱਥੇ ਆ ਕੇ। ਉਸ ਤੋਂ ਬਾਅਦ ਮੈਕਸਿਮਮ ਪੁਆਇੰਟਸ ਪੂਰੇ ਹੋ ਹੀ ਜਾਂਦੇ ਸੀਗੇ ਜਦੋਂ ਇਹ ਸਾਰੇ ਮੂਵ ਹੋਏ ਆ ਅਸੀਂ। ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਲਾਸਟ 6-7 ਮੰਥ ਤੋਂ ਇਹ ਇਸ਼ੂ ਆ ਰਿਹਾ ਕਿ ਉਹ ਡਰਾਜ਼ ਕੰਪਲੀਟ ਨਹੀਂ ਹੋ ਰਿਹਾ, ਡਰਾਜ਼ ਹਾਈ ਜਾ ਰਿਹਾ। ਕਿਉਂਕਿ ਜਿਹੜੇ ਇੱਥੋਂ ਦੇ ਸਟੂਡੈਂਟਸ ਹੈਗੇ ਆ, ਉਹਦਾ ਰੀਜ਼ਨ ਇਹੀ ਹੈ ਜੀ ਕਿ ਕੁਛ ਤਾਂ ਇਹਨਾਂ ਨੇ ਬਾਹਰੋਂ ਲੋਕ ਸੱਦੇ ਹੋਏ ਆ, ਜਿੱਦਾਂ ਇਮੀਗ੍ਰੈਂਟਸ ਆਪਾਂ ਇੰਡੀਆ ਤੋਂ ਇਹਨਾਂ ਨੇ MPNP ਦੇ ਥਰੂ ਸੱਦੇ ਹੋਏ ਆ। ਉਸ ਤੋਂ ਬਾਅਦ ਇਹ ਗੱਲ ਕਹਿੰਦੇ ਆ ਕਿ ਸਾਡਾ ਜਿਹੜਾ ਹੈਗਾ ਪੂਰਾ ਹੋ ਗਿਆ ਕ੍ਰਾਈਟੇਰੀਆ। ਜਿੱਦਾਂ ਅਸੀਂ 1000 ਪੀਪਲ ਉਹਨਾਂ ਨੂੰ PNP ਦੇਣੀ ਸੀ, ਟਾਰਗੇਟ ਪੂਰਾ ਹੋ ਗਿਆ। ਹਾਂਜੀ ਹਾਂ, ਇਸ ਤਰ੍ਹਾਂ ਦਾ ਇਸ਼ੂ ਆ। ਤਾਂ ਉਹਨੂੰ ਹੁਣ ਅੱਗੇ ਬਾਈ ਕਮਲਜੀਤ ਜੀ ਹੋਰਾਂ ਨਾਲ ਮਿਲ ਕੇ ਤੇ ਮਿੰਟੂ ਜੀ ਹੋਰਾਂ ਨਾਲ ਮਿਲ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਐਕਸਪਲੇਨ ਕੀਤਾ ਕਿ ਜਲਦੀ ਤੋਂ ਜਲਦੀ ਸਾਨੂੰ ਕੋਈ ਸੋਲੂਸ਼ਨ ਦੇਣਗੇ ਇਹਨਾਂ ਗੱਲਾਂ ਦਾ। ਤੁਸੀਂ ਕਿਹੜੇ ਪ੍ਰੋਵਿੰਸ ਤੋਂ ਸਟੱਡੀ ਕੀਤੀ ਕੰਪਲੀਟ? ਮੈਂ ਓਨਟਾਰੀਓ ਤੋਂ ਕੀਤੀ ਹੈ ਜੀ। ਓਨਟਾਰੀਓ? ਹਾਂਜੀ। ਕਦੋਂ ਆਏ ਸੀ ਮੈਨੀਟੋਬਾ ਜੀ? ਮੈਂ 2021 ਚ ਆ ਗਿਆ ਸੀਗਾ ਇੱਥੇ ਹੀ, ਮਾਰਚ ਦੇ ਵਿੱਚ। ਤੇ ਮੈਨੂੰ ਹੁਣ 2 ਸਾਲ ਮੇਰਾ ਐਕਸਪੀਰੀਅੰਸ ਪੂਰਾ ਹੋ ਚੁੱਕਿਆ ਹੈ ਆਲਮੋਸਟ। ਤੇ ਮੇਰਾ ਵਰਕ ਪਰਮਿਟ ਵੀ ਹੁਣ ਨਵੰਬਰ 'ਚ ਖਤਮ ਹੋ ਜਾਣਾ ਹੈ। ਇਸ ਨਵੰਬਰ? ਹਾਂਜੀ, 2023 ਦੇ ਵਿੱਚ। ਹਾਂਜੀ। ਤੇ ਹੁਣ ਸਾਨੂੰ ਕੋਈ ਰਾਹ ਨਹੀਂ ਦਿਖ ਰਿਹਾ ਜੀ ਕਿੱਥੇ ਜਾਈਏ। ਜੇ ਅਸੀਂ ਦੂਜੇ ਪ੍ਰੋਵਿੰਸ 'ਚ ਵੀ ਮੂਵ ਕਰਦੇ ਹਾਂ ਤਾਂ ਐਟਲੀਸਟ ਸਾਨੂੰ ਪੈਰ ਪਾਉਂਦੇ ਆ ਵੀ 2 ਮਹੀਨੇ ਤਾਂ ਲੱਗੇ ਜਾਣੇ ਨੇ ਉੱਥੇ ਹੀ। ਤੇ ਜਦੋਂ ਤੱਕ ਐਕਸਪੀਰੀਅੰਸ ਪੂਰਾ ਹੋਊਗਾ ਜੀ, ਵਰਕ ਪਰਮਿਟ ਖਤਮ ਹੋ ਜਾਣਾ। ਤੇ ਫਿਰ ਉਹ ਤੋਂ ਬਾਅਦ ਵਰਕ ਪਰਮਿਟ ਐਕਸਟੈਂਡ ਕਰਾਉਣ ਦਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਜੀ, ਨਾ ਤਾਂ ਸਰਕਾਰ ਦੇ ਵੱਲੋਂ। ਪਿਛਲੇ ਸਾਲ ਕੀਤਾ ਗਿਆ ਸੀਗਾ, ਪਰ ਇਸ ਸਾਲ ਕੋਈ ਹੱਲ ਨਹੀਂ ਹੈਗਾ ਜੀ। ਮੇਰਾ ਐਕਸਟੈਂਸ਼ਨ ਵਾਸਤੇ ਤੁਸੀਂ ਐਲੀਜੀਬਲ ਹੈਗੇ ਹੋ, ਕਰ ਸਕਦੇ ਹੋ ਅਪਲਾਈ? ਉਹ ਪਹਿਲਾਂ ਹੁੰਦਾ ਸੀਗਾ, ਦਸੰਬਰ ਤੱਕ ਹੱਲ ਸੀਗਾ ਜੀ, ਉਹਨਾਂ ਨੇ ਕਰਤਾ ਸੀਗਾ ਜੀ। ਬਟ ਹੁਣ ਨਵਾਂ ਕੋਈ ਬੰਦਾ ਨਹੀਂ ਕਰ ਸਕਦਾ। ਤੁਹਾਨੂੰ ਕੀ ਡਰ ਹੈ ਕਿ ਉਹ ਤੁਹਾਨੂੰ ਕੱਢ ਦੇਣਗੇ ਵਰਕ ਪਰਮਿਟ ਕੰਪਲੀਟ ਹੋਣ ਤੋਂ ਬਾਅਦ? ਕੱਢ ਨਹੀਂ ਸਕਦੇ ਜੀ। ਤੁਹਾਨੂੰ ਰਿਸਟੋਰ ਕਰਨ ਲਈ ਆਪਣਾ ਸਟੇਟਸ 3 ਮਹੀਨੇ ਦਾ ਟਾਈਮ ਹੁੰਦਾ ਹੈ। ਬਟ ਤੁਸੀਂ ਵਰਕ ਪਰਮਿਟ ਕਿਵੇਂ ਲਓਗੇ? ਜੇ ਤੁਹਾਡੇ ਕੋਲ ਕਲੋਜ਼ ਵਰਕ ਪਰਮਿਟ ਵੀ ਲਾਉਣਾ ਹੈ, ਤੁਹਾਡੇ ਲਈ ਇਨਵੀਟੇਸ਼ਨ ਜ਼ਰੂਰੀ ਆ ਜੇ ਇੰਪਲੋਇਰ ਤੋਂ ਲੈਣੀ ਆ। LMIਆਂ ਦੇ ਰੇਟ ਬਹੁਤ ਹਾਈ ਚੱਕੇ ਨੇ ਇੰਪਲੋਇਰਾਂ ਨੇ। ਤਾਂ ਫਿਰ ਜੇ ਆਪਾਂ 40,000 ਦੀ ਕੋਈ ਦਿੰਦਾ ਤਾਂ 10 ਸਾਲ ਤਾਂ ਆਪਾਂ ਉਹਨਾਂ ਦਾ ਰੇਟ ਤਾਰਦੇ ਹੀ ਲੱਗ ਜਾਣਗੇ ਜੀ। ਇੰਨੇ ਤਾਂ ਆਪਾਂ ਕੋਈ ਪੈਸੇ ਵਾਲੇ ਹੈ ਨਹੀਂ ਜੀ। ਤੇ ਜੇ ਹੁਣ ਆਪਾਂ ਕਲੋਜ਼ ਵਰਕ ਪਰਮਿਟ ਤੇ ਵੀ ਜਾਈਏ, ਜਦ ਤੱਕ ਇਨਵੀਟੇਸ਼ਨ 'ਚ ਹੱਥ ਨਹੀਂ ਹੋਗੀ ਤਾਂ ਫਿਰ ਤੁਸੀਂ ਉਹ ਵੀ ਨਹੀਂ ਲੈ ਸਕਦੇ। ਇਹਦਾ ਮਤਲਬ ਇਹ ਹੋਇਆ ਕਿ ਵਰਕ ਪਰਮਿਟ ਐਕਸਟੈਂਡ ਕਰਨ ਵਾਸਤੇ ਤੁਹਾਨੂੰ ਆਪਦੇ ਇੰਪਲੋਇਰ ਦੇ ਨਾਲ ਰਹਿਣਾ ਪਏਗਾ, ਇੱਕ ਇੰਪਲੋਇਰ ਨਾਲ। ਉਹ ਤੁਸੀਂ ਉਹਦੇ ਨਾਲ ਹੀ ਕੰਮ ਕਰ ਸਕਦੇ ਹੋ, ਕਿਸੇ ਇੱਧਰ ਉੱਧਰ ਨਹੀਂ ਜਾ ਸਕਦੇ। ਈਵਨ ਕਿ ਤੁਸੀਂ ਜੇ PNP ਲਵਾਉਣੀ ਹੈ ਜੀ, ਜਿਵੇਂ ਦੂਜੇ ਬੱਚਿਆਂ ਦਾ ਕੀ ਹੁੰਦਾ, ਜਿਹੜੇ ਇੱਥੇ ਗ੍ਰੈਜੂਏਟ ਹੁੰਦੇ ਨੇ ਮੈਨੀਟੋਬਾ ਦੇ ਵਿੱਚ, ਉਹ ਤਾਂ ਜੀ 6 ਮਹੀਨੇ ਕੰਮ ਕਰਕੇ ਉਹ ਫਾਈਲ ਲਾ ਕੇ ਆਪਣਾ ਚੇਂਜ ਕਰ ਸਕਦੇ ਨੇ। ਸਾਡੇ ਲਈ ਕੀ ਹੈ, ਜਦ ਤੱਕ ਸਾਡੀ PNP ਅਪਰੂਵ ਨਹੀਂ ਹੁੰਦੀ ਤੁਸੀਂ ਇੰਪਲੋਇਰ ਨਹੀਂ ਚੇਂਜ ਕਰ ਸਕਦੇ। ਜੇ ਕਰ ਸਕਦੇ ਹੋ ਤਾਂ ਤੁਹਾਨੂੰ ਕੋਈ ਐਟਲੀਸਟ ਵੈਲਿਡ ਰੀਜ਼ਨ ਦੇਣਾ ਪੈਣਾ ਤੁਸੀਂ ਕਿਉਂ ਕੀਤਾ। ਜ਼ਿਆਦਾਤਰ ਇਹ ਨਕਾਰ ਦਿੰਦੇ ਨੇ ਵੀ ਨਹੀਂ, ਤੁਹਾਡਾ ਮੰਨਿਆ ਨਹੀਂ ਜਾਣਾ। ਓਨਟਾਰੀਓ ਜਾਂ BC ਤੋਂ ਇਲਾਵਾ ਕਿਸੇ ਹੋਰ ਪ੍ਰੋਵਿੰਸ ਤੋਂ ਕੋਈ ਨੌਜਵਾਨ ਆਇਆ ਹੋਵੇ ਜਿਹੜਾ ਓਨਟਾਰੀਓ ਤੋਂ ਆਏ ਆ ਜਾਂ BC ਤੋਂ ਆਏ ਆ, ਇਸ ਤੋਂ ਇਲਾਵਾ ਕੋਈ ਮੌਂਟਰੀਅਲ ਤੋਂ ਆਇਆ ਹੋਵੇ, ਕਿਸੇ ਹੋਰ ਤੋਂ? ਤੁਸੀਂ ਮੌਂਟਰੀਅਲ ਤੋਂ ਆਏ? ਆ ਜਾਓ ਮੇਰੇ ਕੋਲ। ਹਾਂਜੀ। ਮੌਂਟਰੀਅਲ ਕਦੋਂ ਆਏ ਸੀ, ਕਦੋਂ ਸਟੱਡੀ ਸ਼ੁਰੂ ਕੀਤੀ ਉੱਥੇ ਆ ਕੇ? ਹਾਂਜੀ, ਮੈਂ ਜਨਵਰੀ 19 ਦੇ ਵਿੱਚ ਆਇਆ ਜੀ ਉੱਥੇ। ਹਾਂਜੀ। ਉਸ ਤੋਂ ਬਾਅਦ ਉੱਥੇ 2 ਸਾਲ ਦੀ ਸਟੱਡੀ ਕੰਪਲੀਟ ਕਰਕੇ ਹਾਂਜੀ ਦੈਨ ਵਿਨੀਪੈਗ ਆਏ ਅਸੀਂ। ਕੀ ਕੰਮ ਕਰਦੇ ਹੋ ਇੱਥੇ? ਮੈਂ ਟਰੱਕ ਮਕੈਨਿਕ ਦੀ ਜੌਬ ਕਰਦਾ ਜੀ, ਹੈਵੀ ਡਿਊਟੀ ਟਰੱਕ ਮਕੈਨਿਕ। ਅੱਛਾ। ਹਾਂਜੀ। ਤੇ ਹੁਣ ਮੇਰਾ 1 ਸਾਲ ਤੇ 8 ਮੰਥ ਦਾ ਅਰਾਊਂਡ ਐਕਸਪੀਰੀਅੰਸ ਪੂਰਾ ਹੋ ਚੁੱਕਿਆ। ਤੇ ਸਾਰਾ ਕੁਝ ਸਾਡਾ ਜਾਣੀ ਕਿ ਕੰਪਲੀਟ ਆ, ਜੋ ਰਿਕੁਆਇਰਮੈਂਟ ਚਾਹੀਦੀਆਂ ਗਵਰਨਮੈਂਟ ਨੂੰ PR ਦੇ ਰਿਲੇਟਡ। ਸੋ ਸਾਰੇ ਡਾਕੂਮੈਂਟ ਉਹਨਾਂ ਨੂੰ ਪ੍ਰੋਵਾਈਡ ਕੀਤੇ ਹੋਏ ਆ ਸਾਡੇ। ਬਟ ਸਟਿਲ ਹੁਣ ਮੇਰਾ ਇਸ ਈਅਰ ਦੇ 10ਵੇਂ ਮੰਥ ਦੇ ਵਿੱਚ ਵਰਕ ਪਰਮਿਟ ਐਕਸਪਾਇਰ ਹੋ ਜਾਣਾ। ਓਕੇ, ਉਸ ਤੋਂ ਬਾਅਦ ਮੈਂ ਵਰਕ ਪਰਮਿਟ ਐਕਸਟੈਂਡ ਕਰਾ ਲੂੰਗਾ, ਕੋਈ ਪ੍ਰੋਬਲਮ ਨਹੀਂ ਉਹਦੇ 'ਚ। ਬਟ ਮੈਂ ਕਦੋਂ ਤੱਕ ਕਰਵਾਊਂਗਾ? ਜੇ ਸਕੋਰ ਮਤਲਬ ਸਕੋਰ ਨਹੀਂ ਤੁਹਾਡਾ, ਤੁਹਾਨੂੰ ਲੱਗਦਾ ਕਿ ਉਸ ਜਿਹੜਾ ਕ੍ਰਾਈਟੇਰੀਆ ਵਾ ਉੱਥੇ ਤੱਕ ਪਹੁੰਚ ਨਹੀਂ ਸਕਦੇ? ਹਾਂਜੀ, ਉੱਥੋਂ ਤੱਕ ਨਹੀਂ ਪਹੁੰਚ ਸਕਦੇ। ਸੋ ਇਹੀ ਪ੍ਰੋਬਲਮ ਆ ਜੀ ਸਾਡੀ, ਇਸੇ ਕਰਕੇ ਅਸੀਂ ਇੱਥੇ ਅੱਜ
ਸਾਰੀ ਯੂਨਿਟੀ ਆਈ ਆ ਸਟੂਡੈਂਟਸ ਦੀ ਠੀਕ ਹੈ। ਤੇ 71 ਹੋਏ ਆ ਹਾਂਜੀ। ਠੀਕ ਹੈ। ਕੋਈ ਹੋਰ ਸੱਜਣ ਤੁਹਾਡੇ ਚੋਂ ਜਿਹੜਾ ਕਿਸੇ ਹੋਰ ਪ੍ਰੋਵਿੰਸ ਤੋਂ ਆਇਆ ਹੋਵੇ? ਤੁਸੀਂ ਕਿੱਥੋਂ ਆਏ ਹੋ? ਆ ਜਾਓ ਇੱਥੇ ਆ ਜਾਓ। ਅੰਟਾਰੀਓ ਤੋਂ ਆਏ ਹੋ? ਅੰਟਾਰੀਓ ਤੋਂ ਕਿਹੜੀ ਜਗ੍ਹਾ ਕੰਮ ਕਰਦੇ ਸੀ? ਓਨਟਾਰੀਓ ਜੀ ਮੈਂ ਆਇਆ ਸੀਗਾ 2019 ਦੇ ਵਿੱਚ ਜਨਵਰੀ ਤੇ ਕਿਹੜੇ ਸ਼ਹਿਰ ਵਿੱਚ? ਓਨਟਾਰੀਓ ਵਿੰਡਸਰ ਦੇ ਵਿੱਚ ਆਇਆ ਸੀ ਜੀ। ਵਿੰਡਸਰ ਚ? ਹਾਂਜੀ ਤੇ 2020 ਦੇ ਵਿੱਚ ਮੇਰੀ ਸਟੱਡੀ ਕੰਪਲੀਟ ਹੋਈ ਹੈ ਤੇ ਪਰ ਮੈਂ ਆਇਆ ਇੱਥੇ 2021 ਦੇ ਵਿੱਚ ਸੀਗਾ ਆਪਣਾ ਵਰਕ ਪਰਮਿਟ ਲੈ ਕੇ। ਅੱਛਾ ਜੀ। ਤੇ ਕੀ ਕੰਮ ਕਰਦੇ ਹੋ? ਇੱਥੇ ਮੈਂ ਮੈਨੂਫੈਕਚਰਿੰਗ ਕੰਪਨੀ ਦੇ ਵਿੱਚ ਕੰਮ ਕਰਦਾ ਜੀ ਐਜ਼ EMPLOYE ਤੇ ਹੁਣ ਮੈਨੂੰ ਇਸ ਮਈ ਦੇ ਵਿੱਚ ਮੇਰਾ ਦੂਜਾ ਸਾਲ ਕੰਪਲੀਟ ਹੋ ਜਾਣਾ ਕੰਮ ਦੇ ਵਿੱਚ ਤੇ ਅਕਤੂਬਰ ਦੇ ਵਿੱਚ ਮੇਰਾ ਵਰਕ ਪਰਮਿਟ ਖਤਮ ਹੋ ਜਾਣਾ ਜੀ ਤੇ ਮੈਨੂੰ ਹੁਣ ਕੋਈ ਅੱਗੇ ਉਮੀਦ ਨਹੀਂ ਦਿਸਦੀ ਕੋਈ ਵੀ? ਉਮੀਦ ਨਹੀਂ ਦਿਸ ਰਹੀ ਫਿਲਹਾਲ ਤੇ ਹੁਣ ਸਾਡੇ ਕੋਲ ਆਪਸ਼ਨ ਜੇ ਕੋਈ ਜਵਾਬ ਸਾਨੂੰ ਦਿੰਦੇ ਆ ਕਿ ਕੀ ਕੀਤਾ ਜਾਵੇ ਉਸ ਹਿਸਾਬ ਨਾਲ ਫਿਰ ਅਸੀਂ ਆਪਦਾ ਅਗਲਾ ਵੀ ਦੇਖਣਾ ਜੀ ਕਿਉਂਕਿ ਵਰਕ ਪਰਮਿਟ ਦਾ ਵੀ 9 ਮਹੀਨੇ ਰਹਿ ਗਏ ਜੀ ਮੇਰੇ ਤੇ ਹੁਣ ਦੇਖੋ ਵੀ ਇੱਕ ਸਲਾਹ ਮੈਂ ਤੁਹਾਨੂੰ ਸਾਰਿਆਂ ਨੂੰ ਦੇਣੀ ਚਾਹੁੰਦਾ, ਜੋ ਮਰਜ਼ੀ ਹਾਲਾਤ ਹੋਣ, ਜਿੱਦਾਂ ਦੇ ਮਰਜ਼ੀ ਹੋਣ, ਇਹ ਨਾ ਸੋਚਿਓ ਵੀ ਹੁਣ ਅਸੀਂ ਜਿਹੜੀ ਮੈਨੀਟੋਬਾ 'ਚ ਪੈਰ ਨਹੀਂ ਲੱਗੇ ਤੇ ਕਿਸੇ ਹੋਰ ਪ੍ਰੋਵਿੰਸ 'ਚ ਲੱਗ ਜਾਣਗੇ। ਕਾਇਦੇ ਕਾਨੂੰਨ ਜਿਹੜੇ ਆ ਉਹ ਸਾਰੇ ਪ੍ਰੋਵਿੰਸ 'ਚ ਇੱਕੋ ਜਿਹੇ ਹੀ ਆ ਤਕਰੀਬਨ। ਤੇ ਜੇ ਆਪਾਂ ਇੱਥੋਂ ਟਾਈਮ ਵੇਸਟ ਕੀਤਾ 2 ਸਾਲ ਤੇ ਹੁਣ 2 ਸਾਲ ਕਿਸੇ ਹੋਰ ਜਗ੍ਹਾ ਜਾ ਕੇ ਕਰੀਏ, ਸ਼ਾਇਦ ਗੱਲ ਉਸ ਤਰੀਕੇ ਨਾ ਬਣੇ। ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ? ਇੱਥੇ ਆ ਜਾਓ। ਹਾਂਜੀ ਇਹੀ ਕਹਿਣਾ ਚਾਹੁੰਦੇ ਆ ਜੀ, ਬਸ 1.5 ਸਾਲ ਹੋ ਗਿਆ ਉਰੇ ਰਹਿੰਦਿਆਂ ਨੂੰ ਤੇ ਥੋੜ੍ਹੇ ਟਾਈਮ ਦਾ ਵਰਕ ਪਰਮਿਟ ਰਹਿ ਗਿਆ ਵੀ ਟਾਈਮ ਖਰਾਬ ਹੋ ਰਿਹਾ ਵੀ ਇਹ ਸਾਨੂੰ ਕੋਈ ਕੀ ਕੰਮ ਕਰਦੇ ਤੁਸੀਂ? ਟਿਮ ਹਾਰਟਨ ਤੇ ਕੰਮ ਕਰਦਾ ਜੀ ਮੈਂ। ਟਿਮ ਹਾਰਟਨ ਤੇ? ਹਾਂਜੀ। ਟਿਮ ਹਾਰਟਨ ਵਾਲਿਆਂ ਨੇ ਫਾਈਲ ਤੁਹਾਡੀ ਲਾਈ ਆ? ਨਹੀਂ ਜੀ ਮੈਂ ਵਰਕ ਪਰਮਿਟ ਤੇ ਆਇਆ ਸੀ ਉਰੇ, ਲਾਈ ਤਾਂ ਆਪ ਹੀ ਆ। ਨਹੀਂ ਉਦੋਂ ਬਾਅਦ PR ਦੀ ਫਾਈਲ ਤੁਸੀਂ ਲਾਉਣ ਲਈ ਟਿਮ ਹਾਰਟਨ? ਹਾਂਜੀ ਉਹਨਾਂ ਦੇ ਰਾਹੀਂ ਲਾ ਰਿਹਾ ਮੈਂ ਜੀ। ਠੀਕ ਹੈ। ਕੀ ਲੱਗਦਾ ਕਿੱਦਾਂ ਦੀ ਉਮੀਦ ਤੁਹਾਨੂੰ ਵੱਜਦੀ ਆ ਜੇ ਸਾਰੇ ਤੁਸੀਂ ਇਕੱਠੇ ਹੋਏ ਆ? ਕੋਈ ਬਣਦੀ ਗੱਲ ਲੱਗਦੀ ਜਾਂ ਨਹੀਂ? ਅਜੇ ਰੀਸੈਂਟਲੀ ਤਾਂ ਨਹੀਂ ਲੱਗ ਰਹੀ ਵੀ ਅਗਲੇ 6 ਮਹੀਨੇ ਕੁਝ ਅਜੇ ਕੋਈ ਉਮੀਦ ਲੱਗਦੀ ਨਹੀਂ ਲੱਗ ਰਹੀ ਉਹਦੇ ਕਰਕੇ ਅਸੀਂ ਅਸੀਂ ਵਾਇਸ ਆਫ ਇੰਡੀਆ ਵੱਲੋਂ ਇਹ ਤੁਹਾਡੇ ਜਿਹੜੇ ਵਿਚਾਰ ਸਾਰੇ ਉਹਨਾਂ ਦੀ ਕਵਰੇਜ ਕਰ ਰਹੇ ਹਾਂ। ਇਸੇ ਕਰਕੇ ਕਰ ਰਹੇ ਹਾਂ ਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇ। ਤੁਹਾਡੀਆਂ ਮੁਸ਼ਕਲਾਂ ਨੂੰ ਅਸੀਂ ਵੀ ਸਮਝਦੇ ਹਾਂ, ਸਮਝਦੀ ਸਰਕਾਰ ਵੀ ਹੈ, ਸਮਝਦੀ ਆਪੋਜੀਸ਼ਨ ਪਾਰਟੀ ਵੀ ਹੈ, ਪਰ ਇਹ ਹੈ ਕਿ ਸਾਡੀ ਅਪਰੋਚ ਪ੍ਰੋਪਰ ਉਸ ਤਰੀਕੇ ਨਾਲ ਹੁੰਦੀ ਆ ਕਿ ਨਹੀਂ ਹੁੰਦੀ, ਅਜੇ ਟਾਈਮ ਲੱਗੂਗਾ। ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਕਿੱਥੋਂ ਆਏ ਹੋ? ਮੈਂ ਵੀ ਜੀ ਓਨਟਾਰੀਓ ਤੋਂ ਹੀ ਆਇਆ ਜੀ। ਓਨਟਾਰੀਓ ਤੋਂ ਕਿਹੜੇ ਸ਼ਹਿਰ? ਵਿੰਡਸਰ ਤੋਂ ਹੀ ਆਏ ਸੀ। ਅੱਛਾ, ਵਿੰਡਸਰ ਤੋਂ ਆਏ। ਹਾਂਜੀ ਹਾਂਜੀ। ਇੱਥੇ ਕੀ ਕੰਮ ਕਰਦੇ ਹੋ? ਤੇ ਉਰੀ ਪ੍ਰਾਈਸ ਇੰਡਸਟਰੀ 'ਚ ਕੰਮ ਕਰਦੇ ਸੀਗੇ ਜੀ ਅਸੀਂ। ਅੱਛਾ। ਤੇ ਜੀ ਮੈਨੂੰ ਵੀ ਸਾਲ ਹੋ ਗਿਆ ਜੀ, ਮੇਰਾ ਨਵੰਬਰ 'ਚ ਵਰਕ ਪਰਮਿਟ ਐਕਸਪਾਇਰ ਹੋਣਾ ਜੀ ਤੇ ਕੋਈ ਗਵਰਨਮੈਂਟ ਕੋਈ ਉਹ ਦੇ ਨਹੀਂ ਰਹੀ ਹੋਪ ਜੀ ਕੀ ਇੰਡੀਆ ਤੋਂ ਕਿੱਥੋਂ ਆਏ ਹੋ? ਇੰਡੀਆ ਤੋਂ ਪਟਿਆਲੇ ਤੋਂ ਜੀ। ਪਟਿਆਲੇ? ਹਾਂਜੀ। ਬਾਦਸ਼ਾਹ ਦੇ ਰਾਜ ਮਹਾਰਾਜ ਦੇ ਸ਼ਹਿਰ ਚੋਂ ਆਏ ਹੋ? ਹਾਂਜੀ ਹਾਂਜੀ। ਠੀਕ ਹੈ। ਤੇ ਫਿਰ ਦਿਲ ਨਹੀਂ ਲੱਗਦਾ ਹੋਣਾ, ਫਿਰ ਪਰੇਸ਼ਾਨੀ ਹੁੰਦੀ ਹੈ? ਹਾਂਜੀ ਹਾਂਜੀ ਹੁੰਦੀ ਹੈ ਜੀ। ਘਰ ਦੇ ਵੀ ਮਾੜਾ ਮੋਟਾ ਕਹਿੰਦੇ ਨੇ ਕਿ ਉਹ ਵੀ ਪੁੱਛੀ ਜਾਂਦੇ ਨੇ ਕਿ ਬਾਰ-ਬਾਰ ਕਿ ਡਰੋ ਆਇਆ ਕਿ ਨਹੀਂ ਆਇਆ, ਉਹ ਵੀ ਥੋੜਾ ਸਟ੍ਰੈਸ ਜੀ ਲਈ ਬੈਠੇ ਨੇ ਜੀ। ਨੈਚੁਰਲੀ ਪੇਰੈਂਟਸ ਨੇ ਤੁਹਾਨੂੰ ਇੱਕ ਬੜੀ ਵੱਡੀ ਉਮੀਦ ਦੇ ਨਾਲ ਆਪਣੇ ਦੇ ਕੋਲੋਂ ਦੂਰ ਭੇਜਿਆ ਕਿ ਤੁਸੀਂ ਇੱਥੇ ਆ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੋ। ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗਿਆ ਮੁਸ਼ਕਲਾਂ ਤਾਂ ਆਉਂਦੀਆਂ, ਪਰ ਇਹ ਨਹੀਂ ਆਉਣੀਆਂ ਚਾਹੀਦੀਆਂ। ਇਹਦੇ ਲਈ ਸਾਡੀ ਤਾਂ ਦੁਆ ਹੀ ਕੀਤੀ ਜਾ ਸਕਦੀ ਹੈ। ਤੁਸੀਂ ਹੁਣ ਕੀ ਸੋਚਦੇ ਹੋ, ਕੀ ਕਰਨਾ? ਜੀ ਫਿਲਹਾਲ ਤਾਂ ਵੇਟ ਹੀ ਕਰ ਸਕਦੇ ਹਾਂ ਜੀ ਅਸੀਂ, ਹੋਰ ਕੁਝ ਤਾਂ ਜੀ ਹੈ ਨਹੀਂ ਸਾਡੇ ਹਵਲੇ। ਜਾਂ ਤਾਂ ਜੀ ਕੋਈ ਸਰਕਾਰ ਜਿਵੇਂ ਪਹਿਲਾਂ NNTR to PR ਕੋਈ ਪ੍ਰੋਗਰਾਮ ਕੱਢਿਆ ਸੀਗਾ, ਉਵੇਂ ਦੀ ਕੋਈ ਹੋਪ ਦੇ ਦੇਵੇ ਤਾਂ ਥੋੜੇ ਚਾਂਸਸ ਬਣ ਸਕਦੇ ਨੇ। ਬਾਕੀ ਜੇ ਹੱਥ ਖੜੇ ਹੀ ਨੇ ਜੀ, ਤੁਹਾਨੂੰ ਪਤਾ ਹੀ ਹੈ ਜੀ। ਚਲੋ ਕੋਸ਼ਿਸ਼ ਤਾਂ ਕਰਨਾ ਆਪਣਾ ਫਰਜ਼ ਬਣਦਾ। ਤੁਸੀਂ ਕਿੱਥੋਂ ਆਏ ਹੋ? ਮੈਂ ਅੰਟਾਰੀਓ ਤੋਂ ਜੀ। ਅੰਟਾਰੀਓ ਤੋਂ? ਕਿਹੜੇ ਸ਼ਹਿਰ ਤੋਂ? ਮੇਰਾ ਟੋਰਾਂਟੋ ਸੀਗਾ ਜੀ। ਟੋਰਾਂਟੋ ਤੋਂ? ਹਾਂਜੀ। ਠੀਕ ਹੈ। ਉੱਥੇ ਤੁਸੀਂ ਕੀ ਕੰਮ ਕਰਦੇ ਸੀ? ਉੱਥੇ ਮੈਂ ਮੈਨੂਫੈਕਚਰਿੰਗ ਕੰਪਨੀ 'ਚ ਕੰਮ ਕਰਦਾ ਸੀਗਾ ਜੀ। ਹਾਂਜੀ, ਐਜ਼ ਅ ਮਸ਼ੀਨ ਆਪਰੇਟਰ। ਤੇ ਇੱਥੇ ਮੈਂ ਹੁਣ ਕਿਚਨ ਕਰਾਫਟ 'ਚ ਕੰਮ ਕਰਦਾ। ਹਾਂਜੀ, ਜਿੱਥੇ ਉਹ ਬਣਦੇ ਆ ਕੈਬਨਿਟ ਬਣਦੇ ਬਣਦੀ। ਹਾਂਜੀ ਹਾਂਜੀ। ਠੀਕ ਹੈ। ਤੇ ਤੁਸੀਂ ਕੀ ਸਾਰੇ ਜੋ ਚੱਲ ਰਿਹਾ ਇਹਦੇ ਬਾਰੇ ਕੀ ਕਮੈਂਟ ਦਿੰਦੇ ਹੋ? ਕਮੈਂਟ ਤਾਂ ਇਹੀ ਹੈ ਜੀ, ਦੇਖੋ ਸਾਰੇ ਆਸਾਂ ਲਾ ਕੇ ਆਏ ਨੇ ਇੱਥੇ, ਹੈ ਨਾ, ਆਪਣਾ ਫਿਊਚਰ ਦੇਖਦੇ ਨੇ। ਜੇ ਹੁਣ ਪ੍ਰੋਵਿੰਸ ਦੇ ਵਿੱਚ ਸਾਨੂੰ ਲੱਗਦਾ ਸੀਗਾ ਵੀ ਅੰਟਾਰੀਓ ਜੇ ਹੁਣ ਨਹੀਂ ਦੇ ਸਕਦੀ, ਉੱਥੇ ਬੱਚਾ ਜ਼ਿਆਦਾ ਆ, ਸਾਨੂੰ ਲੱਗਦਾ ਸੀਗਾ ਵੀ ਮੈਨੀਟੋਬਾ ਇਹ ਹੱਲ ਦੇ ਸਕਦਾ ਸਾਨੂੰ, ਤੇ ਅਸੀਂ ਤਾਂ ਹੀ ਆਏ ਹਾਂ ਇੱਥੇ। ਹੁਣ ਜ਼ਰੂਰੀ ਨਹੀਂ ਹੈਗਾ ਜੀ ਕਿ ਸਾਰੇ ਇੱਥੋਂ ਮੂਵ ਕਰਨ, ਵੀ ਅਗਲਾ ਹਵਾਲਾ ਦਿੰਦੇ ਨੇ ਕਿ ਨਹੀਂ ਜੀ ਤੁਸੀਂ ਮੂਵ ਕਰ ਜਾਓਗੇ, ਅਸੀਂ ਤਾਂ PR ਨਹੀਂ ਦੇ ਸਕਦੇ। ਉਹ ਕਿਸੇ ਦੇ ਹੱਥ ਵੱਸ ਨਹੀਂ ਹੈਗਾ। ਜੇ ਮੈਨੀਟੋਬਾ ਗਵਰਨਮੈਂਟ ਇਹ ਕਵੇ ਕਿ ਤੁਸੀਂ ਕਮਿਟਮੈਂਟ ਕਰੋ ਕੋਈ ਇਨ ਰਾਈਟਿੰਗ ਕਿ ਇੱਥੇ ਹੀ ਰਹੋਗੇ ਤੇ ਤੁਹਾਨੂੰ ਅਸੀਂ PR ਕਰ ਦਿੰਦੇ ਹਾਂ। ਹਾਂਜੀ ਬਿਲਕੁਲ। ਇੱਕ ਸਾਨੂੰ ਜੇ ਲੱਗਦਾ ਅਸੀਂ ਆਪਣਾ ਕੋਈ ਬਿਜ਼ਨਸ ਜਾਂ ਅੱਗੇ ਫਿਊਚਰ ਦੇਖਦੇ ਹਾਂ ਇੱਥੇ ਪ੍ਰੋਵਿੰਸ ਦੇ ਵਿੱਚ, ਹੈ ਨਾ ਜੀ, ਹੁਣ ਅਸੀਂ ਇੰਨਾ ਟੈਕਸ ਭਰਦੇ ਹਾਂ। ਮੈਂ ਹੁਣ 2 ਸਾਲ ਦੇ ਵਿੱਚ ਆਪਣਾ ਇੰਨਾ ਕੁ ਕੰਮ ਕੀਤਾ ਹੈ ਕਿ ਮੇਰੇ ਵਧੀਆ ਪੇ ਜੌਬ ਹੋ ਚੁੱਕੀ ਹੈ ਜੀ, ਹੈ ਨਾ। ਤੇ ਫਿਊਚਰ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਇੱਥੇ ਸੈਟਲ ਹੋ ਸਕਦਾ। ਮੈਂ ਕਿਉਂ ਨਹੀਂ ਹੋਵਾਂਗਾ ਸੈਟਲ? ਮੈਨੂੰ ਕੀ ਲੋੜ ਹੈ ਮੈਂ ਦੁਬਾਰਾ ਕਿਸੇ ਪ੍ਰੋਵਿੰਸ ਦੇ ਵਿੱਚ ਜਾ ਕੇ? ਗਵਰਨਮੈਂਟ ਕਹਿੰਦੀ ਹੈ ਜੀ ਤੁਸੀਂ ਪਹਿਲਾਂ ਲਿਖ ਕੇ ਦਿਓ ਕਿ ਤੁਸੀਂ ਇੱਥੇ ਰਹੋਗੇ, ਫਿਰ ਤੁਹਾਨੂੰ ਪੱਕਾ ਕਰਾਂਗੇ। ਪਰ ਇਹ ਤਾਂ ਦੇਖੋ ਜੀ, ਫਿਰ ਇੱਧਰ ਕੋਈ ਰਾਈਟਿੰਗ 'ਚ ਦੇ ਹੀ ਨਹੀਂ ਸਕਦਾ ਹੈਗਾ, ਕਿਉਂਕਿ ਹਰ ਇੱਕ ਦੇ ਹੱਥ ਵੱਸ ਨਹੀਂ ਹੁੰਦਾ, ਕਿਸੇ ਦਾ ਫਿਊਚਰ ਬਣ ਜਾਂਦਾ। ਪਰ ਮੈਨੀਟੋਬਾ ਗਵਰਨਮੈਂਟ ਇਹ ਕਹਿੰਦੀ ਆ ਕਿ ਅਸੀਂ ਪੱਕੇ ਕਰ ਦਿੰਦੇ ਆ
ਪੱਕੇ ਹੋਣ ਤੋਂ ਬਾਅਦ PR ਲੈਣ ਤੋਂ ਬਾਅਦ ਨਾਲ ਹੀ ਦੂਸਰੇ ਸੂਬੇ ਨੂੰ ਮੁੜ ਜਾਂਦੇ ਆ। ਨਹੀਂ ਅਸੀਂ ਰਹਾਂਗੇ ਜੀ, ਕਿਉਂ ਨਹੀਂ ਰਹਾਂਗੇ ਜੀ, ਬਿਲਕੁਲ ਜੀ ਰਹਾਂਗੇ। ਵੀ ਜੇ ਗਵਰਨਮੈਂਟ ਇਦਾਂ ਦਾ ਕੋਈ ਰੂਲਸ ਰੈਗੂਲੇਸ਼ਨ ਬਣਾਉਂਦੀ ਆ, ਇਹ ਕਹਿੰਦੀ ਆ ਕਿ ਤੁਹਾਨੂੰ ਅਸੀਂ ਸਾਰਿਆਂ ਨੂੰ ਪੱਕੇ ਕਰਨ ਨੂੰ ਤਿਆਰ ਆ, ਪਰ ਸ਼ਰਤ ਹੈ ਕਿ ਤੁਸੀਂ ਇੱਥੇ ਰਹੋ ਤੇ ਇੱਥੇ ਕੰਮ ਕਰੋ, ਇਸ ਪ੍ਰੋਵਿੰਸ ਦੀ ਇਕਨੋਮੀ ਵਿੱਚ ਹਿੱਸਾ ਪਾਵੋ ਤੇ ਆਪਦੀ ਲਾਈਫ ਵੀ ਸੈਟਲ ਕਰੋ। ਬਿਲਕੁਲ ਜੀ, ਹੁਣ ਤੱਕ ਵੀ ਪਾਏ ਰਹੇ ਹਾਂ ਤੇ ਅੱਗੇ ਵੀ ਜ਼ਰੂਰ ਪਾਵਾਂਗੇ। ਐਦਾਂ ਤਾਂ ਕੋਈ ਗੱਲ ਨਹੀਂ ਹੈਗੀ ਵੀ ਨਾਲ ਦੇ ਨਾਲ ਮੂਵ ਹੋ ਜਾਾਂਗੇ ਜੀ। ਹਾਂਜੀ ਹਾਂਜੀ, ਜਿਹੜੀ ਮੈਂ ਗੱਲ ਰੱਖੀ ਸੀ ਦੱਸੋ। ਹਾਂਜੀ ਹਾਂਜੀ ਮੈਨੀਟੋਬਾ ਪ੍ਰੋਵਿੰਸ਼ੀਅਲ ਗਵਰਨਮੈਂਟ ਜੇ ਇਹ ਕਵੇ ਕਿ ਤੁਸੀਂ ਇੱਥੇ ਰਹੋ, ਹਾਂਜੀ ਪੱਕੇ ਤੁਹਾਨੂੰ ਅਸੀਂ ਕਰ ਦਿਆਂਗੇ, ਹਾਂਜੀ। ਪਰ ਤੁਸੀਂ ਕਮਿਟਮੈਂਟ ਕਰੋ ਕਿ ਇੱਥੇ ਰਹੋਗੇ। ਨਹੀਂ ਜੀ ਕਰਦਾ ਇਹਨਾਂ ਕੋਈ ਚੱਕਰ ਨਹੀਂ ਜੀ। ਓਨਟਾਰੀਓ ਦੇ ਕੰਪੈਰੀਟਿਵ ਜੇ ਆਪਾਂ ਦੇਖੀਏ ਮੈਨੀਟੋਬਾ ਜੀ, ਪ੍ਰੋਪਰਟੀ ਰੇਟ ਥੱਲੇ ਨੇ, ਠੀਕ ਹੈ ਜੀ, ਗਰੋਥਿੰਗ ਪ੍ਰੋਵਿੰਸ ਹੈ ਜੀ, ਤਾਂ ਹਾਂਜੀ ਕਰਾਂਗੇ, ਬਟ ਕੋਈ ਹੋਪ ਤਾਂ ਦੇਵੇ ਜੀ। ਉਹ ਜਵਾਬ ਹੀ ਨਹੀਂ ਦੇ ਰਹੀ ਜੀ ਗਵਰਨਮੈਂਟ, ਫਿਰ ਅਸੀਂ ਕੀ ਕਰਾਂਗੇ। ਇਹ ਇਦਾਂ ਹੀ ਹੁੰਦੀ, ਨੈਗੋਸ਼ੀਏਸ਼ਨ ਹੀ ਹੁੰਦੀਆਂ। ਹਾਂਜੀ ਹਾਂਜੀ ਜੇ ਮਤਲਬ ਉਹਨਾਂ ਦੇ ਵੱਲੋਂ ਇਦਾਂ ਦੀ ਗੱਲ ਆਵੇ ਤਾਂ ਤੁਸੀਂ ਰੈਡੀ ਹੋ। ਹਾਂਜੀ ਹਾਂਜੀ, ਤੁਹਾਡਾ ਕੀ ਖਿਆਲ ਹੈ? ਜੇ ਮੈਨੀਟੋਬਾ ਗਵਰਨਮੈਂਟ ਇਹ ਕਵੇ ਕਿ ਅਸੀਂ ਤੁਹਾਨੂੰ ਪੱਕੇ ਕਰ ਦਿੰਨੇ ਜੀ, ਪਰ ਤੁਸੀਂ ਕਮਿਟਮੈਂਟ ਕਰੋ ਕਿ ਮੈਨੀਟੋਬਾ ਵਿੱਚ ਹੀ ਰਹੋਗੇ, ਇੱਥੋਂ ਦੀ ਇਕਨੋਮੀ ਵਿੱਚ ਹਿੱਸਾ ਪਾਓਗੇ। ਬਿਲਕੁਲ ਜੀ, ਹਰ ਬੰਦੇ ਦਾ ਇੱਕ ਇਹੀ ਉਹ ਟਰਾਈ ਹੁੰਦੀ ਆ ਕਿ ਉਹ ਇੱਥੋਂ ਦਾ ਸੈਟਲ ਹੋਵੇ, ਕਿਉਂਕਿ ਹਰ ਨਵੇਂ ਪ੍ਰੋਵਿੰਸ 'ਚ ਪੈਰ ਲਾਉਣੇ ਬਹੁਤ ਔਖੇ ਆ। ਗਵਰਨਮੈਂਟ ਇਹ ਕਹਿੰਦੀ ਆ ਜੀ ਵੀ ਜਦੋਂ ਅਸੀਂ ਪੱਕੇ ਕਰ ਦਿੰਨੇ ਆ, PR ਕਾਰਡ ਲੈ ਕੇ ਨਾਲ ਹੀ ਨੈਕਸਟ ਫਲਾਈਟ ਵਿੱਚ ਜਿਹੜੇ ਉਹ ਬੰਦੇ ontario ਜਾਂ BC ਚੱਲ ਜਾਂਦੇ। ਨਹੀਂ ਜੀ, ਜੇ ਮੈਂ ਦੇਖਾਂ ਕਿ ਮੇਰੇ ਜਿਹੜਾ ਫਰੈਂਡ ਸਰਕਲ ਆ ਨਾ, ਜਿੰਨੇ ਵੀ ਮੂਵ ਹੋਏ ਆ ਫਿਲਹਾਲ ਉਹ PR ਹੋਏ ਆ, ਉਹਨਾਂ ਚੋਂ ਕਈ PR ਹੋਏ, ਕਈਆਂ ਨੇ Tier 2 PR 'ਚ ਫਾਈਲਾਂ ਲਾਈਆਂ, ਕਈਆਂ ਦਾ PNP ਪੁਰਾਣੀ ਵੀ ਲੱਗੀ ਆ, ਤੇ ਉਹ ਸਟਿਲ ਇੱਥੇ ਆ, ਉਹਨਾਂ ਨੂੰ ਆਪਣਾ ਫਿਊਚਰ ਬੈਟਰ ਲੱਗ ਰਿਹਾ ਵਾ, ਪ੍ਰਾਪਰਟੀ ਰੇਟਸ ਘੱਟ ਆ। ਤੁਹਾਡੇ ਬੈਟਰ ਫਿਊਚਰ ਵਾਸਤੇ ਅਸੀਂ ਦੁਆ ਕਰਦੇ ਜੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮਿਨਿਸਟਰ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਨਾਲ ਵੀ ਗੱਲ ਕੀਤੀ ਜਾਵੇ, ਔਰ ਤੁਹਾਨੂੰ ਵੀ ਨਾਲ ਲੈ ਕੇ ਗੱਲ ਕਰਾਂਗੇ, ਤੇ ਹੋ ਸਕਦਾ ਕੋਈ ਨਾ ਕੋਈ ਸੋਲੂਸ਼ਨ ਆਪਾਂ ਲੱਭਾਂਗੇ। ਤੁਹਾਡੇ ਬੈਸਟ ਫਿਊਚਰ ਵਾਸਤੇ ਸਾਡੀਆਂ ਹਮੇਸ਼ਾ ਸ਼ੁਭ ਇਛਾਵਾਂ। ਥੈਂਕ ਯੂ ਥੈਂਕ ਯੂ ਥੈਂਕ ਯੂ। ਕੈਨੇਡਾ ਦੇ ਵਿੱਚ ਸਾਡੇ ਬੈਕ ਹੋਮ ਤੋਂ ਬਹੁਤ ਸਾਰੇ ਸਟੂਡੈਂਟ ਆਉਂਦੇ ਆ ਤੇ ਡਿਫਰੈਂਟ ਪ੍ਰੋਵਿੰਸਿਸ ਵਿੱਚ ਆਉਂਦੇ। ਵਿਨੀਪੈਗ 'ਚ ਵੀ ਆਉਂਦੇ, ਵੈਨਕੂਵਰ ਵੀ, ਟੋਰਾਂਟੋ ਵੀ, ਮੌਂਟਰੀਅਲ ਵੀ, ਵੱਖਰੇ ਵੱਖਰੇ ਜਗ੍ਹਾ 'ਤੇ ਆਉਂਦੇ। ਉੱਥੋਂ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਵਰਕ ਪਰਮਿਟ ਲੈਣਾ ਹੁੰਦਾ, ਪਰ ਆਮ ਇਹ ਧਾਰਨਾ ਹੈ ਕਿ ਮੈਨੀਟੋਬਾ ਦੇ ਵਿੱਚ ਵਰਕ ਪਰਮਿਟ ਜਲਦੀ ਮਿਲ ਜਾਂਦਾ ਜਾਂ ਉਹ ਪ੍ਰੋਸੈਸ ਜਲਦੀ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ PR ਹੋਣਾ ਸੌਖਾ ਹੁੰਦਾ। ਪਰ ਪ੍ਰੈਕਟੀਕਲ ਕਿੰਨਾ ਕਿ ਇਹ ਠੀਕ ਹੈ ਜਾਂ ਕਿੰਨਾ ਕੁ ਗਲਤ ਹੈ, ਇਹ ਧਾਰਨਾਵਾਂ ਜਿਹੜੀਆਂ ਬਣਦੀਆਂ ਹੁੰਦੀਆਂ ਉਹਨਾਂ ਨੂੰ ਐਨਾਲਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਹੁਣੇ ਸਟੂਡੈਂਟਸ ਨਾਲ ਜਿਹੜੇ ਵੱਖਰੇ ਵੱਖਰੇ ਪ੍ਰੋਵਿੰਸ ਤੋਂ ਮੂਵ ਹੋ ਕੇ ਇੱਥੇ ਵਿਨੀਪੈਗ ਆਏ ਆ, ਉਹਨਾਂ ਨਾਲ ਗੱਲਬਾਤ ਕਰ ਚੁੱਕੇ ਹਾਂ, ਅਤੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਅਸੀਂ ਸਾਡੇ ਜਿਹੜੇ ਨੁਮਾਇੰਦੇ ਹੈਗੇ ਆ ਪ੍ਰੋਵਿੰਸ ਦੇ ਲੈਜਿਸਲੇਚਰ ਬਿਲਡਿੰਗ ਦੇ ਵਿੱਚ, ਉਹਨਾਂ ਦੇ ਨਾਲ ਵੀ ਹੋਈਆਂ। ਉਹਨਾਂ ਦੇ ਵਿੱਚੋਂ ਸਾਡੇ ਨੁਮਾਇੰਦੇ ਨੇ ਦਲਜੀਤ ਬਰਾੜ ਜੀ MLA ਸਾਹਿਬ, ਇਹਨਾਂ ਨਾਲ ਗੱਲ ਕਰਦੇ ਆ ਕਿ ਸਟੂਡੈਂਟਸ ਨੇ ਜਾਂ ਵਰਕ ਪਰਮਿਟ ਹੋਲਡਰਸ ਨੇ, ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਅਤੇ ਉਹਨਾਂ ਦੇ ਉੱਤੇ ਇਹਨਾਂ ਦੀ ਕੀ ਟਿੱਪਣੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਤੁਸੀਂ ਇਹਨਾਂ ਨੌਜਵਾਨਾਂ ਦੀਆਂ ਗੱਲਾਂ ਸੁਣੀਆਂ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ? ਦੇਖੋ ਜੀ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਕੈਨੇਡਾ ਦੇ ਵਿੱਚ ਅਤੇ ਅੱਡ ਸ਼ਹਿਰਾਂ ਦੇ ਵਿੱਚ, ਉਹ ਕਈ ਵਾਰੀ ਚੂਜ਼ ਕਰਦੇ ਆ ਕਿ ਉਹ ਮੈਨੀਟੋਬਾ ਆ ਕੇ ਆਪਣਾ ਸੈਟਲਮੈਂਟ ਕਰਨਾ ਸ਼ੁਰੂ ਕਰਦੇ ਆ ਅਤੇ ਇੱਥੇ ਆਪਣੀ PR ਲੈਣਾ ਚਾਹੁੰਦੇ ਆ। ਅੱਜ ਜਿਹੜਾ ਇਹ ਗਰੁੱਪ ਆਇਆ, ਇਹਨਾਂ ਦੇ ਕੁਝ ਇਸ਼ੂ ਇਸ ਤਰ੍ਹਾਂ ਦੇ ਸੀਗੇ ਕਿ ਉਹਨਾਂ ਨੂੰ ਇੱਥੇ ਸੈਟਲਮੈਂਟ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ, ਉਹਨਾਂ ਦਾ ਜਿਹੜਾ ਵੀ ਡਰਾਜ਼ ਨਿਕਲਦੇ ਨੇ, ਉਹਦਾ ਜਿਹੜਾ ਸਕੋਰ ਹੁੰਦਾ, ਥ੍ਰੈਸ਼ਹੋਲਡ ਹੁੰਦਾ, ਕਈ ਕਾਰਨਾਂ ਕਰਕੇ ਜਿਹੜੇ ਬਾਹਰੋਂ ਸਟੂਡੈਂਟ ਇੱਥੇ ਮੂਵ ਹੁੰਦੇ ਆ ਮੈਨੀਟੋਬਾ ਦੇ ਵਿੱਚ, ਉਸ ਥ੍ਰੈਸ਼ਹੋਲਡ ਨੂੰ ਉਹ ਮੈਚ ਨਹੀਂ ਕਰਦੇ, ਕੁਆਲੀਫਾਈ ਨਹੀਂ ਕਰਦੇ, ਉਹਦੇ ਤੋਂ ਨੀਵੇਂ ਰਹਿ ਜਾਂਦੇ ਆ। ਸੋ ਇਸ ਤਰ੍ਹਾਂ ਦੇ ਇਹਨਾਂ ਦੇ ਇਸ਼ੂਜ਼ ਨੇ ਜਿਨ੍ਹਾਂ ਨੂੰ ਅਸੀਂ ਵਿਚਾਰ ਰਹੇ ਹਾਂ। ਅਸੀਂ ਉਹਨਾਂ ਨਾਲ ਅੱਜ ਬਰੀਫ ਗੱਲ ਕੀਤੀ ਆ ਪਹਿਲੇ ਦਿਨ, ਅਤੇ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਆਓ ਅਤੇ ਅਸੀਂ ਸਾਡਾ ਸਟਾਫ ਇਸ ਇਸ਼ੂ ਨੂੰ ਡੀਟੇਲ ਦੇ ਵਿੱਚ ਸੁਣ ਕੇ research ਕਰਕੇ we can figure out ਕਿ how we can help you in this process। ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਆਪਦੇ ਚੁਣੇ ਹੋਏ ਨੁਮਾਇੰਦਿਆਂ ਕੋਲੇ ਜਾਂਦੇ ਅਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਰੇਜ਼ ਕਰਨਾ ਪੈਂਦਾ, ਕਈ ਵਾਰੀ ਮੰਤਰੀ ਕੋਲੇ ਪਹੁੰਚਾਉਣੀ ਪੈਂਦੀ ਹੈ ਗੱਲ, ਕਈ ਵਾਰੀ ਵਿਧਾਨ ਸਭਾ ਦੇ ਚੈਂਬਰ ਦੇ ਵਿੱਚ ਕਰਨੀ ਪੈਂਦੀ ਹੈ। ਸੋ ਵੀ ਆਰ ਓਪਨ ਟੂ ਇਟ ਐਂਡ ਦੈਟਸ ਵਾਟ ਵੀ ਵਰ ਟਾਕਿੰਗ ਟੂ ਦੈਮ ਅ ਮਿਨਟ ਬਿਫੋਰ, ਤਾਂ ਕਿ ਅਸੀਂ ਉਹਨਾਂ ਦੀ, ਇਹਨਾਂ ਬੱਚਿਆਂ ਦੀ ਹੈਲਪ ਕਰ ਸਕੀਏ। ਕਿਉਂਕਿ ਇਹਨਾਂ ਦੀ ਜਿਹੜੀ ਇੱਥੇ ਸੈਟਲਮੈਂਟ ਹੈ, ਇਹਨਾਂ ਦਾ ਵਰਕ ਵੀਜ਼ਾ, ਇਹਨਾਂ ਦੀ ਪਰਮਾਨੈਂਟ ਰੈਜ਼ੀਡੈਂਸ ਹੈ, ਉਹ ਇਹਨਾਂ ਦੇ ਫਿਊਚਰ 'ਤੇ ਡਿਪੈਂਡ ਕਰਦੀ ਹੈ। ਇਹਨਾਂ ਨੇ ਫੈਮਲੀਜ਼ ਸੈਟਅਪ ਕਰਨੀਆਂ, ਇਹਨਾਂ ਨੇ ਘਰ ਲੈਣੇ ਨੇ, ਇਹਨਾਂ ਨੇ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਣਾ,
ਕੈਨੇਡਾ ਜਾ ਕੇ ਤੇ ਇੱਥੇ ਰਹਿਣਾ ਜੀ। ਹਾਂਜੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਤੇ ਡਿਪੈਂਡ ਕਰਦੀਆਂ। ਸੋ ਜਿਹੜਾ ਡਿਲੇ ਹੈ ਉਹ ਕਈ ਵਾਰੀ ਪੇਨਫੁਲ ਹੁੰਦਾ ਹੈ, ਉਹਦੇ ਵਿੱਚ ਅਸੀਂ ਜ਼ਰੂਰ ਹੈਲਪ ਕਰਾਂਗੇ ਕਿ ਉਹ ਡਿਲੇ ਨਾ ਹੋਵੇ। ਜੇ ਕਿਸੇ ਪਾਲਿਸੀ ਰਿਫਾਰਮ ਦੀ ਲੋੜ ਹੈ ਤਾਂ ਉੱਥੇ ਜਿਹੜਾ ਸਾਡਾ ਬਣਦਾ ਯੋਗਦਾਨ ਹੈ ਜਾਂ ਸਾਡਾ ਰੋਲ ਆ ਉਹ ਅਸੀਂ ਜ਼ਰੂਰ ਪਲੇ ਕਰਾਂਗੇ, ਆਪਣੀ ਭੂਮਿਕਾ ਨਿਭਾਵਾਂਗੇ। ਬਹੁਤ ਚੰਗੀ ਗੱਲ ਹੈ ਭਾਜੀ। ਇੱਕ ਗੱਲ ਮੈਂ ਕਰਨੀ ਚਾਹੁੰਦਾ ਜੀ ਵੱਖਰੇ ਤੌਰ ਤੇ, ਉਹ ਇਹ ਹੈ ਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਦੂਸਰੇ ਪ੍ਰੋਵਿੰਸ ਤੋਂ ਆਉਂਦੇ ਆ, ਉਹਨਾਂ ਨੂੰ ਅਸੀਂ ਗਾਹੇ ਬਗਾਹੇ ਮਿਲਦੇ ਰਹਿੰਦੇ, ਕਦੀ ਕਿਸੇ ਫੰਕਸ਼ਨ 'ਚ ਮਿਲ ਗਏ, ਕਦੀ ਉਹਨਾਂ ਨੂੰ ਤਾਂ ਇਹ ਇੱਕ ਵਰਜ਼ਨ ਹੁੰਦਾ ਕਿ ਜੀ ਅਸੀਂ ਆ ਤਾਂ ਗਏ ਆ, ਉਮੀਦ ਨਾਲ ਆਏ ਆ ਮੈਨੀਟੋਬਾ ਜਾਂ ਵਿਨੀਪੈਗ ਦੇ ਵਿੱਚ, ਪਰ ਸਾਡੇ ਪੁਆਇੰਟ ਘਟ ਗਏ। ਇਹ ਕੀ ਮਸਲਾ? ਹਾਂਜੀ, ਉਹੀ ਮਸਲਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਕਿ ਜਦੋਂ ਤੁਸੀਂ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਆ ਉਹਦੇ 'ਚ ਵੱਖ-ਵੱਖ ਚੀਜ਼ਾਂ ਦੇ ਵੱਖ-ਵੱਖ ਪੁਆਇੰਟ ਨੇ। ਤੁਸੀਂ ਕਿੱਥੋਂ ਪੜ੍ਹੇ ਆ, ਕਿੰਨਾ ਪੜ੍ਹੇ ਆ, ਕਿਹੜੀ ਡਿਗਰੀ ਕੀਤੀ ਹੈ। ਜਦੋਂ ਅਸੀਂ ਸਕਿਲਡ ਵਰਕਰ ਆਏ ਸੀ ਉਹਦੇ 'ਚ ਤਾਂ ਏਜ ਦਾ ਵੀ ਹੁੰਦਾ ਸੀ। ਆਇਲਸ ਦਾ ਤੁਸੀਂ ਪੇਪਰ ਦਿੱਤਾ, ਆਇਲਸ ਦੇ ਵਿੱਚ ਤੁਹਾਡੇ ਕਿੰਨੇ ਸਕੋਰ ਨੇ, ਜਿਹਦਾ 9 ਸਕੋਰ ਹੈ ਉਹਦੇ ਜ਼ਿਆਦਾ ਨੰਬਰ ਬਣ ਜਾਂਦੇ, ਜਿਹਦਾ 6.5 ਸਕੋਰ ਹੈ ਉਹਦੇ ਘੱਟ ਬਣ ਜਾਂਦੇ ਆ। ਜਾਂ ਜਿਹਨੇ 2 ਸਾਲ ਪਹਿਲਾਂ ਆਇਲਸ ਦਿੱਤਾ ਸੀਗਾ ਉਹ ਐਕਸਪਾਇਰ ਹੋ ਗਿਆ, ਦੁਬਾਰਾ ਫਿਰ ਆਇਲਸ ਦਿਓ। ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਆਪਣਾ ਪ੍ਰੋਸੈਸ ਕਰ ਲਿਆ ਉਹੀ ਚੱਲ ਜਾਂਦਾ। ਜਿਹਦਾ ਐਕਸਪਾਇਰ ਹੋ ਗਿਆ ਉਹਨੂੰ ਫਿਰ ਫਰੈਸ਼ ਦੇਣਾ ਪੈਂਦਾ। ਸੋ ਇਹ ਅੜਚਨਾ, ਹਰਡਲਸ ਜਾਂ ਤੁਸੀਂ ਉਹ ਕਹਿ ਲਓ ਵੀ ਉਹਨਾਂ ਦੇ ਇਮਤਿਹਾਨ ਵਾਰੀ ਲਏ ਜਾ ਰਹੇ ਹਨ। ਸੋ ਉਹੀ ਵਿਚਾਰ ਅਧੀਨ ਹੈ ਕਿ ਅਸੀਂ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹਾਂ। ਵੀ ਆਰ ਓਪਨ ਟੂ ਹੈਲਪ ਨਾਓ। ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਬਣ ਗਈ ਹੈ। ਇਹ ਨੌਜਵਾਨ ਜਿਹੜੇ ਆਪਣੇ ਬੈਕ ਹੋਮ ਤੋਂ ਆਏ, ਬੜੀਆਂ ਵੱਡੀਆਂ ਉਮੀਦਾਂ ਆਸਾਂ ਦੇ ਨਾਲ ਤੁਹਾਡੇ ਤੱਕ ਪਹੁੰਚ ਕੀਤੀ ਇਹਨਾਂ ਨੇ, ਤੇ ਤੁਸੀਂ ਵੈਸੇ ਤਾਂ ਇਨਸ਼ੋਰ ਕਰ ਹੀ ਚੁੱਕੇ ਹੋ ਕਿ ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਦੀ ਸਾਰੇ ਜਿਹੜੀ ਪ੍ਰੋਬਲਮਸ ਆ ਉਹਨੂੰ ਇਨ ਡਿਟੇਲ ਜਿਹੜਾ ਉਹ ਲੈ ਲਵਾਂ ਇਨਫੋਰਮੇਸ਼ਨ, ਅਤੇ ਉਸ ਤੋਂ ਬਾਅਦ ਅਸੀਂ ਕਿੱਥੇ ਇਹਨਾਂ ਦੀ ਹੈਲਪ ਕਿਵੇਂ ਕਰ ਸਕਦੇ ਹਾਂ। ਇਹ ਤੁਹਾਨੂੰ ਲੱਗਦਾ ਹੁੰਦਾ ਜੀ ਵੀ ਹਰ ਗੱਲ ਜਿਹੜੀ ਆ ਉਹ ਉੱਥੇ ਲੈਜਿਸਲੇਚਰ ਵਿੱਚ ਹੀ ਕਰਨੀ ਹੁੰਦੀ ਜਾਂ ਕੋਈ ਹੋਰ ਰਸਤੇ ਵੀ ਹੁੰਦੇ? ਨਹੀਂ, ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਜਿੱਥੇ ਕੋਈ ਪਾਲਿਸੀ ਚੇਂਜ ਦੀ ਲੋੜ ਪੈਂਦੀ ਹੈ ਤਾਂ ਜਿੱਥੇ ਕਾਨੂੰਨ ਘੜੇ ਜਾਂਦੇ ਆ ਆਪਾਂ ਉੱਥੇ ਹੀ ਗੱਲ ਕਰਨੀ ਹੈ। ਦੂਸਰੀ ਗੱਲ ਜਿਹੜੀ ਕਰਨੀ ਬਣਦੀ ਹੈ ਕਿ ਅਸੀਂ ਆਪੋਜੀਸ਼ਨ ਦੇ ਵਿੱਚ ਹਾਂ। ਆਈ ਐਮ ਨਾਟ ਅ ਮਿਨਿਸਟਰ। ਜੇ ਮੈਂ ਮੰਨ ਲਓ ਇਮੀਗ੍ਰੇਸ਼ਨ ਮਿਨਿਸਟਰ ਹਾਂ ਤਾਂ ਮੇਰੇ ਆਫਿਸ ਤੇ ਹੈ ਕਿ ਅਸੀਂ ਪਾਲਿਸੀ ਰਿਵਾਈਜ਼ ਕਰਨੀ ਹੈ। ਜੇ ਮੈਂ ਇਮੀਗ੍ਰੇਸ਼ਨ ਮਿਨਿਸਟਰ ਨਹੀਂ ਤਾਂ ਮੈਨੂੰ ਇਹਨਾਂ ਬੱਚਿਆਂ ਦੀ ਆਵਾਜ਼ ਇਮੀਗ੍ਰੇਸ਼ਨ ਮਿਨਿਸਟਰ ਤੱਕ ਪਹੁੰਚਾਉਣੀ ਪੈਣੀ ਹੈ ਕਿ ਭਾਈ ਸਾਹਿਬ ਇਹ ਲੋਕ ਮੇਰੇ ਕੋਲ ਆਏ ਨੇ ਤਾਂ ਇਹਨਾਂ ਦੀ ਆਹ ਮੁਸ਼ਕਲ ਹੈ, ਇਸ ਮੁਸ਼ਕਲ ਨੂੰ ਤੁਸੀਂ ਹੱਲ ਕਰੋ, ਕਿਉਂਕਿ ਮੁਸ਼ਕਲਾਂ ਨੂੰ ਹੱਲ ਕਰਨਾ ਸਰਕਾਰ ਦਾ ਤੇ ਆਪੋਜੀਸ਼ਨ ਦਾ ਸਾਂਝਾ ਕੰਮ ਹੈ। ਸੋ ਉਹਦੇ 'ਚ ਅਸੀਂ ਕਿਉਂਕਿ ਸਾਡੀ ਨੌਕਰੀ ਮੇਰਾ ਤੁਹਾਨੂੰ ਕੁਐਸਚਨ ਕਰਨ ਦਾ ਮਤਲਬ ਇਹ ਸੀਗਾ ਕਿ ਗਵਰਨਮੈਂਟ ਔਰ ਆਪੋਜੀਸ਼ਨ ਜਿਹੜੀ ਸੱਤਾ ਤੇ ਬੈਠੀ ਹੈ ਪਾਰਟੀ, ਉਹ ਤੇ ਉਹਦੀ ਆਪੋਜੀਸ਼ਨ ਜਿੰਨਾ ਚਿਰ ਤੱਕ ਕੋਆਰਡੀਨੇਟ ਨਹੀਂ ਕਰਦੀ ਕਿਸੇ ਮਸਲੇ ਦਾ ਹੱਲ ਨਹੀਂ ਕੀਤਾ। ਅਸੀਂ ਰੈਪਰੈਜ਼ੈਂਟੇਟਿਵ ਹੈ ਨਾ, ਬੇਸਿਕਲੀ ਅਸੀਂ ਰੈਪਰੈਜ਼ੈਂਟੇਟਿਵ ਹੈ। ਜੇ ਮੰਨ ਲਓ ਇੱਕ ਪਾਰਟੀ ਨੂੰ 40% ਵੋਟਾਂ ਪੈ ਗਈਆਂ, ਦੂਜੀ ਨੂੰ 60 ਪੈ ਗਈਆਂ, ਤਾਂ ਇੱਕ ਦੀ ਸਰਕਾਰ ਬਣ ਗਈ, ਦੂਜੀ ਦੀ ਨਹੀਂ ਬਣੀ। ਪਰ ਜਿਹੜੀ ਸਰਕਾਰ ਦੇ ਆਪੋਜ਼ਿਟ ਪਾਰਟੀ ਆਪੋਜੀਸ਼ਨ ਦੇ ਵਿੱਚ ਬੈਠੀ ਹੈ ਤਾਂ ਜਿਹੜੇ % ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਸੀ, ਉਹਨਾਂ 'ਚ ਵਿਸ਼ਵਾਸ ਜਤਾਇਆ ਸੀ, ਤਾਂ ਉਹਨਾਂ ਦੀ ਆਵਾਜ਼ ਤਾਂ ਉਹੀ ਨੇ ਨਾ। ਸੋ ਇਸ ਲਈ ਅਸੀਂ ਸਾਰੇ ਮੈਨੀਟੋਬਨਸ ਦੀ ਜਿਹੜੀ ਸਰਵਿਸ ਕਰਨੀ ਹੈ ਉਹ ਇੱਕ ਟੀਮ ਵਰਕ ਹੈ। ਆਪੋਜੀਸ਼ਨ ਨੇ ਆਪਣਾ ਕੰਮ ਕਰਨਾ ਕਿ ਸਰਕਾਰ ਇੱਧਰ ਨੂੰ ਨਾ ਖਿੱਚ ਕੇ ਲੈ ਜਾਏ ਗੱਡੀ, ਇੱਧਰ ਨੂੰ ਨਾ ਖਿੱਚ ਕੇ ਲੈ ਜਾਏ, ਅਸੀਂ ਉਹਨਾਂ ਨੂੰ ਟਰੈਕ ਤੇ ਰੱਖਣਾ। ਸੋ ਉਹ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ, ਉਹ ਸਾਡਾ ਪਾਰਟ ਆਫ ਦਾ ਜੌਬ। ਉਹਦੇ 'ਚ ਕੋਈ ਸਪੈਸ਼ਲ ਨਹੀਂ, ਕੋਈ ਇਹ ਨਹੀਂ ਕਿ ਇਹ ਸਾਡੇ ਬਹੁਤ ਜ਼ਿਆਦਾ ਧੰਨਵਾਦੀ ਹੋਣ ਵੀ ਸਾਡੀ ਬਹੁਤ ਜ਼ਿਆਦਾ ਗੱਲ ਸੁਣੀ। ਮੈਂ ਓਨੈਸਟ ਗੱਲ ਕਰੂੰਗਾ ਕਿਉਂਕਿ ਸਾਡੀ ਇਹ ਜੌਬ ਹੈ, ਵੀ ਆਰ ਗੈਟਿੰਗ ਪੇਡ ਫॉर ਇਟ। ਤੇ ਜੇ ਉਹਨਾਂ ਨੇ ਸਾਡੇ ਕੋਲ ਕੋਈ ਗੱਲ ਦੱਸੀ ਹੈ ਤੇ ਅਸੀਂ ਉਹਨਾਂ ਦੀ ਹੈਲਪ ਕੀਤੀ ਹੈ ਤਾਂ ਉਹ ਸਾਡਾ ਪਾਰਟ ਆਫ ਜੌਬ ਹੈ। ਸਾਨੂੰ ਮਾਣ ਹੈ ਜੀ ਤੁਸੀਂ ਇਹਨਾਂ ਨੌਜਵਾਨਾਂ ਦੀ ਜਿਹੜੀ ਹੈ ਪ੍ਰੋਬਲਮ ਨੂੰ ਬੜੀ ਬਖੂਬੀ ਰਿਵਿਊ ਕਰੋਗੇ ਔਰ ਉਹਨਾਂ ਦਾ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਉਹ ਕੱਢੋ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਵਿਨੀਪੈਗ ਦੇ ਮੇਪਲ ਏਰੀਏ ਵਿੱਚ ਸਾਡੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਮਿੰਟੂ ਸੰਧੂ MLA ਸਾਹਿਬ ਹਾਜ਼ਰ ਨੇ। ਮਿੰਟੂ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਹੁਣੇ ਥੋੜ੍ਹੀ ਦੇਰ ਪਹਿਲਾਂ ਤੁਸੀਂ ਇਹਨਾਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਸਟੂਡੈਂਟ ਆਏ ਸੀ ਕੈਨੇਡਾ ਵਿੱਚ ਤੇ ਵੱਖਰੇ ਵੱਖਰੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਸਟੱਡੀ ਕੰਪਲੀਟ ਕੀਤੀ ਔਰ ਆਪਣੇ ਫਿਊਚਰ ਨੂੰ ਬਣਾਉਣ ਦੇ ਲਈ ਉਹਨਾਂ ਨੇ ਚੂਜ਼ ਕਰ ਲਿਆ ਮੈਨੀਟੋਬਾ ਜਾਂ ਵਿਨੀਪੈਗ। ਇੱਥੇ ਆ ਕੇ ਉਹਨਾਂ ਨੂੰ ਵਰਕ ਪਰਮਿਟ ਲੈਣ ਲਈ, PR ਹੋਣ ਲਈ ਬੜੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਉਹਨਾਂ ਦੀ ਗੱਲਬਾਤ ਸੁਣੀ ਹੈ। ਕੀ ਤੁਸੀਂ ਲੱਗਦਾ ਕਿ ਆਪਾਂ ਕਿਵੇਂ ਇਹਨਾਂ ਦੀ ਕਮਿਊਨਿਟੀ ਦੇ ਇਹਨਾਂ ਨੌਜਵਾਨਾਂ ਦੀ ਕਿਵੇਂ ਹੈਲਪ ਕਰ ਸਕਦੇ? ਦੇਖੋ ਜੀ, ਇਹਨਾਂ ਦਾ ਪਹਿਲਾਂ ਸਭ ਤੋਂ ਵੱਡਾ ਇਸ਼ੂ ਤਾਂ ਇਹ ਸੀਗਾ, ਇਹਨਾਂ ਦਾ ਵਰਕ ਪਰਮਿਟ ਆਲਮੋਸਟ ਐਕਸਪਾਇਰ ਹੋ ਰਹੇ ਆ। ਬਹੁਤ ਜਾਣੇ ਲੋਕਾਂ ਦੇ ਇਹਨਾਂ ਦੇ ਐਕਸਪਾਇਰ ਹੋ ਰਹੇ ਆ। ਜਿਹੜੇ ਹਿਸਾਬ ਨਾਲ ਮੈਨੂੰ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ, ਮੈਨੀਟੋਬਾ ਦੇ ਵਿੱਚ ਅਰਾਊਂਡ 10,000 ਸਟੂਡੈਂਟਸ ਹੈਗਾ ਜਿਹੜੇ ਆਊਟ ਆਫ ਪ੍ਰੋਵਿੰਸ ਤੋਂ ਮੈਨੀਟੋਬਾ 'ਚ ਆ ਕੇ, ਦੂਜੇ ਸੂਬਿਆਂ ਤੋਂ ਆ ਕੇ ਇੱਥੇ ਵਰਕ ਪਰਮਿਟ 'ਤੇ ਕੰਮ ਕਰ ਰਹੇ ਆ। ਪਰ ਉਹਨਾਂ ਦਾ ਜਿਹੜਾ ਵਰਕ ਪਰਮਿਟ 'ਤੇ ਜਦੋਂ ਇੱਥੇ ਕੰਮ ਕਰਦੇ ਆ ਤਾਂ ਉਹ ਮੈਨੀਟੋਬਾ ਨਾਮਨੀ ਪ੍ਰੋਗਰਾਮ ਦਾ ਜੋ ਸਿਸਟਮ ਆ ਉਹਦੇ ਹਿਸਾਬ ਨਾਲ ਉਹਦਾ 200 ਪੁਆਇੰਟਸ ਕੱਟਿਆ ਜਾਂਦਾ ਹੈ ਜੀ। ਜੇ ਬਾਹਰੋਂ ਸਟੱਡੀ ਕੀਤੀ ਆ ਤਾਂ ਉਹਦੇ ਹਿਸਾਬ ਨਾਲ ਇਹਨਾਂ ਦੇ
ਡਰਾ ਦੇ ਵਿੱਚ EOI ਡਰਾ ਜਿਹੜਾ ਉਹ ਅਰਾਊਂਡ 750 ਤੇ ਆ ਇਸ ਵੇਲੇ। ਪਰ ਜੇ ਜਿੰਨੇ ਵੀ ਮਰਜ਼ੀ ਇਹ ਹਾਰਡ ਵਰਕ ਕਰਨ, ਜਿਹੜੀ ਵੀ ਮਰਜ਼ੀ ਇਹਨਾਂ ਦਾ ਐਕਸਪੀਰੀਅੰਸ ਕਾਊਂਟ ਕਰਕੇ ਵੀ, ਇਹਨਾਂ ਦੀ ਆਈਲੈਟਸ ਕਾਊਂਟ ਕਰਕੇ ਵੀ, ਇਹਨਾਂ ਕੋਲੇ 615 625 ਪੁਆਇੰਟਸ ਤੋਂ ਉੱਤੇ ਨਹੀਂ ਜਾ ਸਕਦੇ। 750 ਤੇ ਜਾਣਾ ਨਹੀਂ, ਜਾ ਹੀ ਨਹੀਂ ਸਕਦੇ ਜੀ ਉੱਥੇ ਤੱਕ। ਜੋ ਕਰੰਟ ਸਿਚੁਏਸ਼ਨ ਹੈਗੀ, ਜਿਹੜੀ ਕਰੰਟ ਸਿਚੁਏਸ਼ਨ ਆ, ਜਿਹੜੇ ਹਿਸਾਬ ਨਾਲ ਹੁਣ ਡਰਾ ਨਿਕਲ ਰਹੇ ਆ, ਜਾਂ ਜਿਹੜੇ ਹਿਸਾਬ ਨਾਲ ਜੋ ਬਣਿਆ ਹੈ, ਹਾਂਜੀ, ਤੇ ਉਹਦੇ ਨਹੀਂ, ਇਹ ਲਾ ਦੇ ਹਿਸਾਬ ਨਾਲ ਨਹੀਂ ਵੈਸੇ ਹੈਗੇ। ਇਹ ਕੁਐਸਚਨ ਤਾਂ ਪਹਿਲਾਂ ਤਾਂ ਇਹ ਹੈ ਵੀ ਜਿਹੜਾ ਡਰਾ ਹਾਈ ਆ, ਕਿਉਂ ਹਾਈ ਆ। ਅੱਛਾ ਜੀ। ਮਿਨਿਸਟਰ ਨੂੰ ਮੈਂ ਈਮੇਲ ਵੀ ਪਾਈ ਆ ਤੇ ਲੈਟਰ ਵੀ ਲਿਖਿਆ ਗਾ ਵੀ ਮੇਰਾ, ਹਾਂਜੀ, ਮੇਰਾ ਸਿਰਫ ਇੱਕੋ ਹੀ ਕੁਐਸਚਨ ਸੀ ਉਹਨਾਂ ਨੂੰ ਵੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਡਰਾ ਕਿਹੜੇ ਹਿਸਾਬ ਨਾਲ ਕੱਢਦੇ ਹੋ ਤੁਸੀਂ। ਜਿਹੜਾ ਡਰਾ ਹਾਈ ਗਿਆ ਹੈਗਾ ਐਟਲੀਸਟ ਉਹਦੀ ਐਕਸਪਲੇਨ ਤਾਂ ਹੋਵੇ ਨਾ ਵੀ ਰੀਜ਼ਨ ਕੀ ਆ। ਪਹਿਲਾਂ ਜਿਹੜੇ ਡਰਾ ਸੀ ਮੋਸਟਲੀ 500 ਦੇ ਨੇੜੇ ਤੇੜੇ ਜੇ ਹੁੰਦਾ ਸੀਗਾ, 500 525, ਪਰ ਜਿਹੜਾ ਹੁਣ ਡਰਾ ਜਿਹੜਾ 7 ਪਹਿਲਾਂ ਸੀਗਾ 797 ਸੀਗਾ, ਐਕਟੀ ਹੈਗਾ ਜਿਹੜਾ 750 ਆ। ਜਿਹੜਾ ਦਸੰਬਰ ਵਾਲਾ ਡਰਾ ਸੀਗਾ ਉਹ ਸਾਰਾ ਓਵਰਸੀ ਡਰਾ ਕੱਢਿਆ ਸੀਗਾ ਇਹਨਾਂ ਨੇ, ਜਾਨੀ ਕੋਈ ਸਟੂਡੈਂਟ ਨੂੰ ਕਿਸੇ ਨੂੰ ਨਹੀਂ ਉਹਨਾਂ ਨੇ ਉਹ ਕੀਤਾ, ਬੁਲਾਇਆ ਨਹੀਂ, ਇਨਵਾਈਟ ਹੀ ਨਹੀਂ ਕੀਤਾ ਗਾ ਵੀ ਅਪਲਾਈ ਕਰਨ ਲਈ। ਹੁਣ ਇਹਨਾਂ ਦੇ ਇਹੀ ਕੰਸਰਨ ਨੇ ਵੀ ਆਪਾਂ ਕਿਹੜੇ ਹਿਸਾਬ ਨਾਲ ਵੀ ਅਸੀਂ ਕੀ ਕਰੀਏ। ਹੁਣ ਸਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ, ਇਸ ਵਿਸ਼ੇ ਤੇ ਗੱਲ ਕਰਨ ਆਏ ਸੀਗੇ ਤੇ ਅਸੀਂ ਜੀ ਆਪਦੇ ਤੌਰ ਤੇ ਆਪੋਜੀਸ਼ਨ ਦੇ ਤੌਰ ਤੇ ਜੋ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਇਹਨਾਂ ਨੂੰ ਸੱਦਿਆ ਹੋਇਆ, ਕੱਲ੍ਹ ਨੂੰ ਵੀ ਸੱਦਿਆ ਹੋਇਆਗਾ, ਮਿਲਾਂਗੇ ਕੱਲ੍ਹ ਨੂੰ ਉਹਨਾਂ ਨੂੰ ਵੀ ਬੈਠ ਕੇ, ਤੇ ਇਹਨਾਂ ਦੀ ਸਟ੍ਰੈਟਜੀ ਆ ਜਿਹੜੀ ਉਹ ਜਿਹੜਾ ਇਹਨਾਂ ਦਾ ਲੈਟਰ ਰਾਈਟਿੰਗ ਦਾ ਜਾਂ ਈਮੇਲ ਰਾਈਟਿੰਗ ਦਾ ਜਿਹੜਾ ਹੋਊਗਾ ਉਹ ਤਿਆਰ ਕਰਕੇ ਦੇਵਾਂਗੇ ਇਹਨਾਂ ਨੂੰ। ਇਹਨਾਂ ਦੀ ਜਿਹੜੀ ਵੀ ਹੈਲਪ ਹੋ ਸਕੀ ਅਸੀਂ ਆਪਦੇ ਤੌਰ ਤੇ ਅਜੇ ਆਪੋਜੀਸ਼ਨ ਦੇ ਤੌਰ ਤੇ ਰਿਸਰਚ ਕਰਕੇ ਸਾਰੀ ਚੀਜ਼ ਕਰਕੇ ਇਹਨਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਕੋਈ ਇਹਨਾਂ ਨੂੰ ਇੱਕ ਪਾਥ ਦਿਖਾਵਾਂਗੇ ਵੀ ਤੁਸੀਂ ਆਹ ਕਰ ਸਕਦੇ ਆ, ਆਪਾਂ ਜੀ ਰਸਤਾ ਤੁਸੀਂ ਦੱਸੋ। ਬਿਲਕੁਲ ਇਦਾਂ ਦੀ ਗੱਲ ਤਾਂ ਨਹੀਂ ਹੋਏਗੀ ਜੀ ਵੀ ਵਰਕ ਪਰਮਿਟ ਨੀਅਰ ਟੂ ਐਕਸਪਾਇਰੀ ਇਸ ਵੇਲੇ ਹੈਗੇ, ਕੱਲ੍ਹ ਨੂੰ ਕੋਈ ਮੁਸ਼ਕਿਲ ਆ ਜੇ ਇਹਨਾਂ ਨੂੰ ਵਾਪਸ ਕਹਿਣ ਜੀ ਕੈਨੇਡਾ ਤੋਂ ਜਾਓ ਜੀ। ਨਹੀਂ ਜੀ, ਨਹੀਂ, ਐ ਤਾਂ ਇਹਨਾਂ ਕੋਲ ਇੱਕ ਆਪਸ਼ਨ ਹੈਗੀ ਆ, ਦੁਬਾਰੇ ਐਕਸਟੈਂਡ ਕਰਾ ਸਕਦੇ ਵਰਕ ਪਰਮਿਟ, ਪਰ ਉਹ ਕਿੰਨਾ ਟਾਈਮ ਲੱਗਦਾ ਹੈਗਾ, ਉਹ ਫੈਡਰਲ ਗੌਰਮੈਂਟ ਦਾ ਇਸ਼ੂ ਆ ਜਿਹੜਾ, ਤੇ ਉਹ ਕਿੰਨੇ ਟਾਈਮ ਦੇ ਵਿੱਚ ਦੀ ਕਰਦੇ ਆਪਾਂ ਨੂੰ ਕੋਈ ਪਤਾ ਨਹੀਂ ਲੱਗਣਾ ਹੈਗਾ। ਇਸ ਤਰ੍ਹਾਂ ਦੀ ਗੱਲ ਹੁੰਦੀ ਵੀ ਜੇ ਨੀਅਰ ਟੂ ਐਕਸਪਾਇਰੀ ਹੈਗਾ ਤੇ ਜਦੋਂ ਇਹ ਰੀਅਪਲਾਈ ਕਰ ਦਿੰਦੇ, ਐਕਸਟੈਂਸ਼ਨ ਵਾਸਤੇ ਅਪਲਾਈ ਕਰਨ ਦੇ, ਤਦ ਖਤਰਾ ਘਟ ਜਾਂਦਾ। ਥੋੜ੍ਹਾ ਜਿਹਾ ਉਹਨਾਂ ਜਿੰਨਾ ਟਾਈਮ ਕੋਈ ਗੌਰਮੈਂਟ ਕੋਲੋਂ ਰਿਸਪਾਂਸ ਨਹੀਂ ਆਉਂਦੀ ਉਹਨਾਂ ਚਿਰ ਉਹ ਐਕਟਿਵ ਹੀ ਹੁੰਦਾ ਹੈਗਾ। ਜਿਹੜਾ ਪੁਰਾਣਾ ਵਰਕ ਪਰਮਿਟ ਹੁੰਦਾ ਉਹਨਾਂ ਟਾਈਮ ਐਕਟਿਵ ਹੀ ਹੁੰਦਾ ਹੈਗਾ, ਉਹਦੇ 'ਚ ਇਹ ਕੋਈ ਉਹ ਨਹੀਂ। ਪਰ ਪ੍ਰੋਬਲਮ ਜਿਹੜੀ ਇਸ਼ੂ 'ਚ ਤਾਂ ਕਈ ਇਹ ਆ ਜੀ, ਦੇਖੋ 3 ਸਾਲ 4 ਸਾਲ ਇਹਨਾਂ ਨੇ ਸਟੱਡੀ ਕੀਤੀ ਆ ਤੇ ਉਦੋਂ ਬਾਅਦ 2 ਸਾਲ ਇਹਨਾਂ ਨੂੰ ਕੰਮ ਕਰਦਿਆਂ ਹੁਣ ਹੋ ਗਏ, 6-7 ਸਾਲ ਹੋ ਗਏ, ਆਪਣੀ ਫੈਮਿਲੀ ਨੂੰ ਨਹੀਂ ਮਿਲੇਗੇ, ਇੰਡੀਆ ਜਾਣ ਕਰਨੀਓ ਬੈਠੇ ਆ, ਰਾਈਟ, ਕੁਛ ਕਰ ਨਹੀਂ ਸਕਦੇ, ਨਹੀਂ ਬੁਲਾਇਆ, ਬਿਲਕੁਲ ਜੀ। ਉਹ ਸਟੱਕ ਨੇ ਨਾ, ਤਾਂ ਉਹ ਕਹਿੰਦੇ ਵੀ ਅਸੀਂ ਸਾਨੂੰ ਐਟਲੀਸਟ ਪ੍ਰੋਸੈਸ ਦਾ ਕੋਈ ਪਤਾ ਲੱਗ ਜੇ ਵੀ ਕੀ ਚੀਜ਼ ਚੱਲ ਰਿਹਾ ਹੈਗਾ। ਜਿਹੜੀ ਸਾਡੀ ਐਂਗਜ਼ਾਇਟੀ ਆ ਉਹ ਤਾਂ ਘਟੇ, ਕੁਛ ਨਾ ਕੁਛ ਸਾਨੂੰ ਪਤਾ ਤਾਂ ਲੱਗੇ ਵੀ ਕੀ ਆ। ਹਾਂ ਚਲੋ ਸਾਨੂੰ ਦੱਸ ਦਿਓ ਭਾਈ, ਅੱਜ ਨਹੀਂ ਡਰਾ ਆਉਣਾ, ਆਹ ਮਹੀਨੇ ਨਹੀਂ ਡਰਾ ਆਉਣਾਗਾ, 2 ਮਹੀਨਿਆਂ ਨੂੰ ਡਰਾ ਆਊਗਾ, 3 ਮਹੀਨਿਆਂ ਨੂੰ, 4 ਮਹੀਨਿਆਂ ਨੂੰ ਆਊਗਾ। ਬਹੁਤ ਹੀ ਕਲੈਰੀਫਿਕੇਸ਼ਨ ਜਿਹੜੀ ਮਿਨਿਸਟਰੀ ਲੈਵਲ ਤੋਂ ਆਉਣ ਵਾਲੀ ਹੈ। ਬਿਲਕੁਲ ਜੀ, ਬਿਲਕੁਲ ਇਹੀ ਚੀਜ਼ ਕਰਕੇ ਇਹ ਇਹਨਾਂ ਕੰਨਿਓ ਨਹੀਂ ਕਿਹਾ, ਮੈਨੂੰ ਬਿਜ਼ਨਸ ਕਮਿਊਨਿਟੀ ਦੇ ਬੰਦਿਆਂ ਨੇ ਵੀ ਮਿਲੇ ਆ ਮੈਨੂੰ, ਉਹਨਾਂ ਦਾ ਵੀ ਇਹੀ ਸੀਗਾ ਵੀ ਸਾਡੇ ਜਿਹੜੇ ਵਰਕਰ ਆ ਉਹ ਮੈਨੀਟੋਬਾ ਲੀਵ ਕਰਕੇ ਜਾ ਰਹੇ ਆ। ਕਿਉਂ ਜਾ ਰਹੇ ਆ? ਕਿਉਂਕਿ ਉਹਨਾਂ ਨੂੰ ਉਹ ਕਹਿੰਦੇ ਵੀ ਸਾਨੂੰ ਜਦ ਮੈਨੀਟੋਬਾ ਨਾਮਨੀ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ, ਕੋਈ ਕਲੀਅਰਿਫਿਕੇਸ਼ਨ ਨਹੀਂ ਹੋ ਰਹੀ ਵੀ ਅਸੀਂ ਮੈਨੀਟੋਬਾ 'ਚ ਕਿਉਂ ਰਹੀਏ। ਜਦੋਂ ਉਹ ਫਿਰ ਉਹ ਮੁੜ ਕੇ ਆਪਦੇ ਵਰਕਰ ਲੂਜ਼ ਕਰ ਰਿਹਾ ਜੀ, ਉਹਨਾਂ ਕੋਲ ਜਿਵੇਂ ਟਰੱਕਿੰਗ ਇੰਡਸਟਰੀ ਤੋਂ ਉਹਨਾਂ ਕੋਲ ਟਰੱਕ ਡਰਾਈਵਰਾਂ ਦੀ ਘਾਟ ਹੋਈ ਪਈ ਇਸ ਕਰਕੇ। ਬਿਲਕੁਲ ਬਿਲਕੁਲ ਬਹੁਤ ਸਾਰੇ 10,000 ਦੇ ਕਰੀਬ ਤੁਸੀਂ ਦੱਸਿਆ ਜੀ ਵਰਕ ਪਰਮਿਟ ਵਾਲੇ ਆਪਣੀ ਕਮਿਊਨਿਟੀ ਦੇ ਲੋਕ, ਸਿਰਫ ਮਤਲਬ ਪੰਜਾਬੀ ਜਾਂ ਇੰਡੀਅਨ? ਨਹੀਂ, ਇੰਡੀਅਨ ਕਮਿਊਨਿਟੀ ਤੋਂ ਜਿਹੜੇ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ 10,000 ਦੇ ਨੇੜੇ, 10,000 ਦੇ ਨੇੜੇ ਤੇੜੇ ਹੈਗੇ ਜੀ। ਤੇ ਸਾਰੇ ਜਿਹੜੇ ਆ ਤੁਹਾਡੇ ਕੋਲ ਇੱਕ ਬੜੀ ਕਹਿ ਲਓ ਵੀ ਫਰਿਆਦ ਲੈ ਕੇ ਆਏ ਆ। ਦੇਖੋ ਜੀ, ਜਿਹੜੇ 10,000 ਆ ਟੋਟਲ ਆਇਆ, ਹਜੇ ਉਹਨਾਂ ਦੇ ਕਈਆਂ ਦੇ ਉਹ ਐਲੀਜੀਬਲ ਨਹੀਂ ਹੈਗੇ ਅਪਲਾਈ ਕਰਨ ਲਈ, ਉਹਨਾਂ 'ਚੋਂ ਸਰਟਨ ਅਮਾਊਂਟ ਆਫ ਬੰਦੇ ਹੀ ਐਲੀਜੀਬਲ ਆ। ਜਿਹੜੇ ਮੈਨੀਟੋਬਾ 'ਚ ਕੰਮ ਕਰ ਰਹੇ ਆ, ਜਿਹੜੇ ਬਾਹਰੋਂ ਸਟੱਡੀ ਕਰਕੇ ਆਇਆ, ਉਹ 10,000 ਦੇ ਨੇ। ਚਲੋ ਜੀ, ਇਹਨਾਂ ਨੂੰ ਵੀ ਮੁੰਡਿਆਂ ਨੂੰ ਵੀ ਬਹੁਤ ਉਮੀਦ ਆ, ਨੌਜਵਾਨਾਂ ਨੂੰ ਤੁਹਾਡੇ ਤੋਂ, ਤੇ ਅਸੀਂ ਵੀ ਚਾਹਾਂਗੇ ਕਿ ਤੁਹਾਡੀ ਔਰ ਸਟੂਡੈਂਟਸ ਜਿਹੜੀ ਇਹ ਵਰਕ ਪਰਮਿਟ ਹੋਲਡਰਸ ਦੀ ਆਵਾਜ਼ ਜਿਹੜੀ ਹੈ ਉਹ ਸਰਕਾਰੀ ਕੰਨਾਂ ਤੱਕ ਪਹੁੰਚਾਈਏ। ਔਰ ਅਸੀਂ ਤੁਹਾਡੇ ਤੋਂ ਉਮੀਦ ਰੱਖਦੇ ਹਾਂ ਕਿ ਤੁਸੀਂ ਲੈਜਿਸਲੇਚਰ ਵਿੱਚ ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਹੋਰ ਜ਼ੋਰ ਲਾਓਗੇ। ਬਿਲਕੁਲ ਜੀ, ਇਹ ਸਾਡੀ ਅਸੀਂ ਪਹਿਲਾਂ ਜਦੋਂ ਆਪਦਾ ਨਾਂ ਪਾਇਆ ਗਾ ਰਨ ਕਰਨ ਲਈ, ਤੁਸੀਂ ਆਪਦਾ ਨਾਂ ਦਿੱਤਾ ਮੂਰੇ, ਉਹ ਇਹੀ ਹੁੰਦਾ ਗਾ, ਇਹ ਨਹੀਂ ਹੈਗਾ ਵੀ ਇਹ ਆਪਣੀ ਕਮਿਊਨਿਟੀ ਕਰਕੇ ਕਰ ਰਿਹਾ। ਆਪਣੇ ਰਿਪਰੈਜ਼ੈਂਟੇਟਿਵ ਦੇ ਤੌਰ 'ਤੇ, ਮੇਪਲ ਦੇ ਤੌਰ 'ਤੇ, MLA ਦੇ ਹੋਣ ਦੇ ਨਾਤੇ ਮੈਂ ਜਿਹੜਾ ਵੀ ਕੋਈ ਇਸ਼ੂ ਆਉਂਦਾ ਗਾ, ਮੈਂ ਕੋਸ਼ਿਸ਼ ਕਰਦਾ ਹੁੰਦਾ ਗਾ ਵੀ ਮਿਨਿਸਟਰੀ ਨੂੰ ਡਾਇਰੈਕਟਲੀ ਗੱਲ ਕਰਕੇ ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਪਰ ਜੇ ਉੱਥੇ ਨਹੀਂ ਹੱਲ ਨਿਕਲਦਾ ਤਾਂ ਵੱਡੇ ਤਰੀਕੇ ਨਾਲ ਫਿਰ ਆਪਣੇ ਕੋਲ ਹੋਰ ਸੋਲੂਸ਼ਨ ਵੀ ਹੁੰਦੇ ਆ ਜੀ। ਬਹੁਤ ਮਿਹਰਬਾਨੀ ਤੁਹਾਡੀ ਮਿੰਟੂ ਜੀ, ਤੇ ਤੁਸੀਂ ਇਹਨੂੰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਔਰ ਇਹਨਾਂ ਨੌਜਵਾਨਾਂ ਦੀ ਦੁੱਖ ਦੀ ਜਿਹੜੀ ਗੱਲ ਆ ਉਹ ਵੀ ਸੁਣੀ ਹੈਗੀ ਆ।
ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਦਾ ਜਲਦੀ ਸੋਲੂਸ਼ਨ ਲੱਭੋਗੇ। ਥੈਂਕ ਯੂ ਜੀ। ਥੈਂਕ ਯੂ।